खुद काम करके मैं खुद फीस इकट्ठी करके अपनी पढ़ाई वो की सी है ना भी जे अगर पढ़ना ਤਾਂ ਮੈਨੂੰ ਹੱਥੀ ਕੋਈ ਨਾ ਕੋਈ ਕੰਮ ਸਿੱਖਣਾ ਪਊਗਾ ਤਾਂ ਕਿ ਮੈਂ ਆਪਣੀ ਫੀਸ ਆਪ ਕੱਢ ਸਕਾਂ ਪਰ ਇੱਕ ਕੁਐਸਚਨ ਮਾਰਕ ਲੱਗ ਜਾਂਦਾ ਹੁੰਦਾ ਹਮੇਸ਼ਾ ਕੁੜੀਆਂ ਦੇ ਪੜਨ ਤੇ ਵੀ ਜੇ ਪੜਨਾ ਤਾਂ ਕਿੱਥੇ ਜਾਣਾ ਵੀ ਤੂੰ ਘਰ ਤੋਂ ਬਾਹਰ ਜਾਏਂਗੀ ਇੱਥੇ ਪ੍ਰੋਗਰਾਮ ਪੰਜਾਬੀ ਭਾਸ਼ਾ ਤੇ ਆ ਜੋ ਮੁੱਖ ਬੁਲਾ ਰਹੇ ਨੇ ਉਹ ਇੰਗਲਿਸ਼ 'ਚ ਗੱਲ ਕਰ ਰਹੇ ਨੇ ਤਾਂ ਝੋਲੇ ਤੋਂ ਬਾਅਦ ਆਪਾਂ ਸਕੂਲ ਬੈਗ ਸ਼ੁਰੂ ਕੀਤੇ ਸਕੂਲ ਬੈਗ ਦਾ ਇਹ ਹੁੰਦਾ ਸੀਗਾ ਵੀ ਸਕੂਲ ਬੈਗ ਦੇ ਉੱਪਰ ਬੱਚੇ ਦਾ ਨਾਮ ਲਿਖਿਆ ਹੁੰਦਾ ਦ ਪੰਜਾਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੁਲਾਕਾਤਾਂ ਤੇ ਸੰਵਾਦਾਂ ਦੀ ਲੜੀ ਜਾਰੀ ਹੈ ਇਸ ਲੜੀ ਤਹਿਤ ਜਿੱਥੇ ਅਸੀਂ ਰੋਜ਼ ਤੁਹਾਨੂੰ ਨਵੇਂ ਲੋਕਾਂ ਨਾਲ ਨਵੇਂ ਵਿਸ਼ਿਆਂ ਤੇ ਗੱਲਬਾਤ ਕਰਦੇ ਰਹਿੰਦੇ ਆ ਉੱਥੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਰਾਜਨੀਤਿਕ ਤੇ ਸਮਾਜਿਕ ਵਿਸ਼ਿਆਂ ਤੋਂ ਹਟ ਕੇ ਥੋੜਾ ਕੁਝ ਨਵੇਂ ਜੋ ਵਿਸ਼ੇ ਜਾਂ ਕੁਝ ਨਵੀਂ ਚੀਜ਼ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ ਜਾਂ ਇਦਾਂ ਦੇ ਲੋਕਾਂ ਨਾਲ ਮੁਲਾਕਾਤਾਂ ਕਰਵਾਈਆਂ ਜਾਣ ਜੋ ਥੋੜਾ ਜਿਹਾ ਸਮਾਜ ਤੋਂ ਹਟ ਕੇ ਕੁਝ ਕਰਨ ਦੀ ਹਿੰਮਤ ਰੱਖਦੇ ਨੇ ਸੋ ਅੱਜ ਦੇ ਤਕਨੀਕੀ ਯੁੱਗ ਦੇ ਵਿੱਚ ਅਸੀਂ ਪੱਛਮੀ ਸੱਭਿਆਚਾਰ ਦੇ ਬਹੁਤ ਜ਼ਿਆਦਾ ਪ੍ਰਭਾਵ ਹੇਠ ਆ ਗਏ ਜਿੱਥੇ ਪੱਛਮੀ ਖਾਣੇ ਨੇ ਸਾਨੂੰ ਪ੍ਰਭਾਵਿਤ ਕੀਤਾ ਹੈ ਉੱਥੇ ਪੱਛਮੀ ਪਹਿਨਣ ਦਾ ਵੀ ਸਾਡੇ ਤੇ ਬਹੁਤ ਪ੍ਰਭਾਵ ਹੋ ਰਿਹਾ ਹੈ ਅਸੀਂ ਜੀਨਾਂ ਟੌਪਾਂ ਦੇ ਵਿੱਚ ਇੰਨਾ ਉਲਝ ਗਏ ਹਾਂ ਕਿ ਅਸੀਂ ਆਪਣੀ ਪਰੰਪਰਾ ਨੂੰ ਭੁੱਲਦੇ ਜਾ ਰਹੇ ਹਾਂ ਇਸ ਦੇ ਨਾਲ ਜੋ ਸਾਡੀ ਬੋਲੀ ਦੇ ਉੱਪਰ ਵੀ ਪ੍ਰਭਾਵ ਪੈ ਰਿਹਾ ਹੈ ਪੱਛਮੀ ਬੋਲੀ ਨੇ ਸਾਨੂੰ ਇੰਨਾ ਪ੍ਰਭਾਵਿਤ ਕਰ ਰੱਖਿਆ ਕਿ ਅਸੀਂ ਆਪਣੀ ਗੁਰਮੁਖੀ ਲਿਪੀ ਨਾਲੋਂ ਟੁੱਟਦੇ ਨਜ਼ਰ ਆ ਰਹੇ ਹਾਂ ਅੱਜ ਦੇ ਜੋ ਰੁਝੇਵੇਂ ਭਰੇ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਸਾਡੇ ਕਿਸੇ ਕੋਲ ਵੀ ਇੰਨਾ ਵਕਤ ਨਹੀਂ ਹੈ ਕਿ ਅਸੀਂ ਇਹਨਾਂ ਚੀਜ਼ਾਂ ਬਾਰੇ ਬੈਠ ਕੇ ਕਿਤੇ ਚਿੰਤਾ ਕਰ ਸਕੀਏ ਜਾਂ ਕਿਤੇ ਚਿੰਤਨ ਕਰ ਸਕੀਏ ਇਹ ਕਿਸੇ ਇੱਕ ਇੰਡੀਵਿਜੂਅਲ ਦੀ ਜਾਂ ਇੱਕ ਘਰ ਦੀ ਕਹਾਣੀ ਨਹੀਂ ਹੈ ਜਾਂ ਇੱਕ ਈਵਨ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਵਿਦਿਅਕ ਅਦਾਰਿਆਂ ਦੇ ਵਿੱਚ ਇੰਨਾ ਕੁ ਬੁਰਾ ਹਾਲ ਹੋ ਚੁੱਕਿਆ ਪੰਜਾਬ ਦੇ ਵਿੱਚ ਕਿ ਉੱਥੇ ਪੰਜਾਬੀ ਬੋਲਣ ਤੇ ਜੁਰਮਾਨੇ ਵੀ ਲਗਾਏ ਜਾਂਦੇ ਨੇ ਸੋ ਅਸੀਂ ਕਿਸੇ ਇੱਕ ਇਨਸਾਨ ਨੂੰ ਇਹਦਾ ਜੋ ਗੁਨਾਹਗਾਰ ਨਹੀਂ ਕਹਿ ਸਕਦੇ ਇਹ ਬੜੇ ਵੱਡੇ ਪੱਧਰ ਤੇ ਸਮੱਸਿਆ ਜੋ ਚੱਲ ਰਹੀ ਹੈ ਤੇ ਅਸੀਂ ਸਾਰੇ ਹੀ ਇਹਦੇ ਵਿੱਚ ਭਾਗੀਦਾਰ ਹਾਂ ਤੇ ਮੈਨੂੰ ਲੱਗਦਾ ਵੀ ਕੋਈ ਵੀ ਸਾਡੇ ਵਿੱਚੋਂ ਕੋਈ ਹਿੰਮਤ ਨਹੀਂ ਕਰਦਾ ਕਿ ਅਸੀਂ ਇਸ ਚੀਜ਼ ਬਾਰੇ ਬੈਠ ਕੇ ਕਿਤੇ ਸੋਚ ਸਕੀਏ ਜਾਂ ਇਸ ਚੀਜ਼ਾਂ ਦੇ ਹੱਲ ਲੱਭ ਸਕੀਏ ਅਸੀਂ ਆਪਣੇ ਬਹੁਤ ਛੋਟੇ ਕੰਮਾਂ ਦੇ ਵਿੱਚ ਇੰਨਾ ਰੁੱਝ ਚੁੱਕੇ ਹਾਂ ਕਿ ਅਸੀਂ ਪੰਜਾਬੀ ਬੋਲੀ ਨੂੰ ਜਾਂ ਆਪਣੀ ਪਰੰਪਰਾ ਨੂੰ ਲੈ ਕੇ ਬਹੁਤ ਲਾਪਰਵਾਹ ਹੋ ਗਏ ਜਿੱਥੇ ਅਸੀਂ ਸਾਰੇ ਇਹਨਾਂ ਚੀਜ਼ਾਂ ਦੇ ਕਸੂਰਵਾਰ ਹਾਂ ਤੇ ਅਸੀਂ ਬਹੁਤ ਵੱਡੇ ਪੱਧਰ ਤੇ ਇਹਨਾਂ ਚੀਜ਼ਾਂ ਲਈ ਲਾਪਰਵਾਹ ਹੋਏ ਹਾਂ ਉੱਥੇ ਮੈਨੂੰ ਲੱਗਦਾ ਕਿ ਸਮਾਜ ਦੇ ਵਿੱਚ ਅੱਜ ਵੀ ਕੁਝ ਅਜਿਹੇ ਲੋਕ ਹੈਗੇ ਨੇ ਜਿਹੜੇ ਇਹਨਾਂ ਚੀਜ਼ਾਂ ਦੀ ਪਰਵਾਹ ਕਰਦੇ ਨੇ ਇਹਨਾਂ ਚੀਜ਼ਾਂ ਤੇ ਕੰਮ ਕਰਦੇ ਨੇ ਇਹਨਾਂ ਚੀਜ਼ਾਂ ਬਾਰੇ ਜਾਗਰੂਕ ਨੇ ਸੋਚਦੇ ਨੇ ਉਹਨਾਂ ਦੇ ਵਿੱਚੋਂ ਹੀ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਰੁਪਿੰਦਰ ਜੀ ਨਾਲ ਰੁਪਿੰਦਰ ਜੀ ਜੋ ਕਿ ਲਗਭਗ ਸਾਲ ਡੇਢ ਸਾਲ ਤੋਂ ਕੋਈ ਇੱਕ ਅਜਿਹੇ ਕੰਮ ਨੂੰ ਲੈ ਕੇ ਚੱਲੇ ਨੇ ਜਿਹੜਾ ਕੰਮ ਸਾਨੂੰ ਕਿਤੇ ਨਾ ਕਿਤੇ ਪਰੰਪਰਾ ਦੇ ਨਾਲ ਵੀ ਜੋੜ ਕੇ ਰੱਖਦਾ ਸਾਡੀ ਬੋਲੀ ਨੂੰ ਵੀ ਬਚਾ ਰਿਹਾ ਤੇ ਤੀਸਰਾ ਕੰਮ ਜੋ ਇਹਨਾਂ ਨੇ ਜਿਵੇਂ ਸਟਾਰਟ ਕੀਤਾ ਆ ਤੁਹਾਨੂੰ ਬਾਅਦ ਵਿੱਚ ਵਿਸਥਾਰ ਦੇ ਵਿੱਚ ਵੀ ਦੱਸਾਂਗੇ ਪਰ ਇਹਦੇ ਨਾਲ ਜਾਨੀ ਕਿ ਜੋ ਤੀਸਰਾ ਬਹੁਤ ਵੱਡਾ ਫਾਇਦਾ ਹੋ ਰਿਹਾ ਹੈ ਕਿ ਆਪਾਂ ਪੱਛਮੀ ਦੇ ਨਾਲ ਜਿਵੇਂ ਆਪਾਂ ਗੱਲ ਕੀਤੀ ਕੱਪੜਿਆਂ ਦੀ ਬੋਲੀ ਦੀ ਤੇ ਤੀਜਾ ਆਪਾਂ ਜੋ ਪਲਾਸਟਿਕ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਸੀ ਜਿੱਥੇ ਵੀ ਆਪਾਂ ਜਾਣਾ ਆ ਬਾਜ਼ਾਰਾਂ ਦੇ ਵਿੱਚ ਕੋਈ ਸ਼ਾਪਿੰਗ ਕਰਨ ਤਾਂ ਆਪਾਂ ਜੋ ਪਲਾਸਟਿਕ ਦੇ ਲਿਫਾਫੇ ਬੈਗ ਵਗੈਰਾ ਲੈ ਕੇ ਜਾਂਦੇ ਸੀ ਤਾਂ ਇਹਨਾਂ ਨੇ ਜੋ ਕੰਮ ਸ਼ੁਰੂਆਤ ਕੀਤੀ ਸੀ ਉਹ ਇਸੇ ਤੋਂ ਕੀਤੀ ਸੀ ਕਿ ਜੋ ਇਹਨਾਂ ਦੀ ਕੰਮ ਹੈ ਗੁਰਮੁਖੀ ਲਿਪੀ ਨੂੰ ਇਹ ਸਾਂਭ ਕੇ ਰੱਖ ਰਹੇ ਨੇ ਅੱਜ ਕਢਾਈ ਦਾ ਕੰਮ ਹੈ ਇਹਨਾਂ ਦਾ ਕਰ ਰਹੇ ਨੇ ਤਾਂ ਉਹ ਇਹਨਾਂ ਨੇ ਝੋਲੇ ਤੋਂ ਸਟਾਰਟ ਕੀਤੀ ਸੀ ਉਹਦਾ ਬਹੁਤ ਵੱਡਾ ਫਾਇਦਾ ਇਹ ਹੈ ਕਿ ਜਦੋਂ ਲੋਕ ਝੋਲੇ ਬਣਵਾਉਣਗੇ ਤਾਂ ਇਹਨਾਂ ਝੋਲਿਆਂ ਦੀ ਵਰਤੋਂ ਕਰਨਗੇ ਖੱਦਰ ਦੇ ਕੱਪੜੇ ਤੇ ਜੋ ਕਢਾਈ ਕਰਦੇ ਨੇ ਸਟਾਰਟਿੰਗ ਇਹਨਾਂ ਨੇ ਕੀਤੀ ਸੀ ਖੱਦਰ ਦੇ ਕੱਪੜੇ ਤੋਂ ਉਸ ਤੋਂ ਬਾਅਦ ਜੋ ਇਹਨਾਂ ਦਾ ਕੰਮ ਦਾ ਵਿਸਥਾਰ ਹੁੰਦਾ ਗਿਆ ਦੁਪੱਟੇ ਪੱਗਾਂ ਬੈਗ ਵੀ ਇਹ ਬਣਾਉਂਦੇ ਨੇ ਅੱਜ ਦੀ ਘੜੀ ਤਾਂ ਉਸ ਦੇ ਨਾਲ ਜੋ ਕਹਿੰਦੇ ਹੁੰਦੇ ਇੱਕ ਪੰਥ ਦੋ ਕਾਰਜ ਪਰ ਮੈਨੂੰ ਲੱਗਦਾ ਇਹ ਇੱਕ ਪੰਥ ਦੇ ਨਾਲ ਤਿੰਨ ਕਾਰਜ ਕਰ ਰਹੇ ਨੇ ਵਿਸਤਾਰ ਦੇ ਵਿੱਚ ਰੁਪਿੰਦਰ ਜੀ ਤੋਂ ਜਾਣਾਂਗੇ ਇਹਨਾਂ ਦੇ ਕੰਮ ਬਾਰੇ ਕਿਵੇਂ ਕੰਮ ਕਰਦੇ ਨੇ ਕਿਵੇਂ ਸ਼ੁਰੂਆਤ ਕੀਤੀ ਤੇ ਸਭ ਤੋਂ ਪਹਿਲਾਂ ਆਪਾਂ ਰੁਪਿੰਦਰ ਜੀ ਦਾ ਸਵਾਗਤ ਕਰਦੇ ਹਾਂ ਰੁਪਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਤੇ ਸ਼ੁਕਰੀਆ ਜੀ ਬਹੁਤ ਤੇ ਰੁਪਿੰਦਰ ਜੀ ਥੋੜਾ ਜਿਹਾ ਮੈਂ ਤੇ ਬਹੁਤ ਬਰੀਫ ਦੇ ਵਿੱਚ ਦੱਸਿਆ ਆ ਤੁਸੀਂ ਮੈਨੂੰ ਲੱਗਦਾ ਸੀ ਕਿ ਤੁਸੀਂ ਖੁਦ ਇਸ ਚੀਜ਼ ਬਾਰੇ ਬਹੁਤ ਵਧੀਆ ਦੱਸ ਸਕਦੇ ਹੋ ਆਪਣੇ ਕਿਵੇਂ ਸਟਾਰਟ ਕੀਤਾ ਕਿਵੇਂ ਕੰਮ ਤਾਂ ਸਟਾਰਟਿੰਗ ਆਪਾਂ ਇੱਥੋਂ ਕਰਦੇ ਹਾਂ ਕਿ ਕਿਵੇਂ ਮਨ ਦੇ ਵਿੱਚ ਆਇਆ ਕਿ ਇਹ ਕੰਮ ਕਰਨਾ ਚਾਹੀਦਾ ਜਾਂ ਸ਼ੁਰੂ ਕਰਨਾ ਚਾਹੀਦਾ ਹੈ ਕਿਉਂਕਿ ਲਗਭਗ ਲੋਕ ਟੁੱਟੇ ਪਏ ਆ ਮੈਨੂੰ ਲੱਗਦਾ ਪੜ੍ਹਾਈਆਂ ਦੇ ਵਿੱਚ ਨੌਕਰੀਆਂ ਦੇ ਵਿੱਚ ਇੰਨਾ ਉਲਝੇ ਪਏ ਆ ਕਦੇ ਸੋਚਦੇ ਨਹੀਂ ਹੈਗੇ ਇਹਨਾਂ ਗੱਲਾਂ ਵੱਲ ਜੋ ਕੋਰਸ ਹੈ ਬਸ ਉਸ ਤੇ ਨੌਕਰੀ ਲੈਣ ਦੇ ਆਪਾਂ ਮੋਟਿਵ ਨਾਲ ਪੜ੍ਹਦੇ ਹਾਂ ਕਿਵੇਂ ਦਿਮਾਗ ਦੇ ਵਿੱਚ ਆਇਆ ਵੀ ਇਸ ਤਰ੍ਹਾਂ ਵੀ ਕੰਮ ਹੋ ਸਕਦਾ ਇਹਦੇ ਨਾਲ ਰੁਜ਼ਗਾਰ ਵੀ ਮਿਲ ਸਕਦਾ ਹੈ ਹੋਰਾਂ ਨੂੰ ਵੀ ਰੁਜ਼ਗਾਰ ਦੇ ਸਕਦੇ ਹੈਗੇ ਜਾਂ ਕਿੱਥੋਂ ਪ੍ਰੇਰਨਾ ਮਿਲੀ ਜੀ ਇਸ ਕੰਮ ਦੀ ਹਾਂਜੀ ਜਿਵੇਂ ਮੈਂ ਪਿੰਡ ਦਿਆਲਗੜ੍ਹ ਜ਼ਿਲ੍ਹਾ ਸੰਗਰੂਰ ਤੋਂ ਬਿਲੋਂਗ ਕਰਦੀ ਹਾਂ ਹਨਾ ਜੋ ਕਿ ਏਰੀਆ ਕਾਫੀ ਪਿੰਡਾਂ ਵਾਲਾ ਆ ਜਾਂਦਾ ਉੱਥੇ ਇਹ ਹੁੰਦਾ ਵੀ ਬੱਚਿਆਂ ਨੂੰ ਪੜ੍ਹਨ ਲਈ ਵੀ ਖਾਸ ਕਰ ਕੁੜੀਆਂ ਨੂੰ ਪੜ੍ਹਨ ਲਈ ਸੋਚਣਾ ਪੈਂਦਾ
ਵੀ ਕੀ ਉਹਨਾਂ ਨੇ ਅੱਗੇ ਪੜ੍ਹਾਈ ਕਰਨੀ ਆ ਜਾਂ ਨਹੀਂ ਕਰਨੀ। ਤਾਂ ਕੰਮ ਕਰਨ ਦਾ, ਹੱਥੀਂ ਕਿਰਤ ਕਰਨ ਦਾ ਹੀ ਸੀਗਾ ਵੀ ਜਦੋਂ ਹੀ +2 ਤੋਂ ਬਾਅਦ ਮੇਰੀ ਇੱਛਾ ਹੋਈ ਸੀ ਕਿ ਮੈਂ ਅੱਗੇ ਪੜ੍ਹਨਾ, ਪਰ ਇੱਕ ਕੁਐਸਚਨ ਮਾਰਕ ਲੱਗ ਜਾਂਦਾ ਹੁੰਦਾ ਹਮੇਸ਼ਾ ਕੁੜੀਆਂ ਦੇ ਪੜ੍ਹਨ ਤੇ ਵੀ ਜੇ ਪੜ੍ਹਨਾ ਤਾਂ ਕਿੱਥੇ ਜਾਣਾ, ਵੀ ਤੂੰ ਘਰ ਤੋਂ ਬਾਹਰ ਜਾਏਂਗੀ ਜਾਂ ਪਿੰਡ ਤੋਂ ਬਾਹਰ ਜਾਏਂਗੀ। ਜੀ ਬਿਲਕੁਲ। ਤਾਂ ਉਦੋਂ ਉਹ ਟਾਈਮ ਕੁਛ ਐਵੇਂ ਦਾ ਸੀਗਾ, ਕਹਿ ਲਓ ਹਨਾ BA ਕਰਦੇ ਟਾਈਮ, ਵੀ ਜੇ ਅਗਰ ਪੜ੍ਹਨਾ ਤਾਂ ਮੈਨੂੰ ਹੱਥੀਂ ਕੋਈ ਨਾ ਕੋਈ ਕੰਮ ਸਿੱਖਣਾ ਪਊਗਾ ਤਾਂ ਕਿ ਮੈਂ ਆਪਣੀ ਫੀਸ ਆਪ ਕੱਢ ਸਕਾਂ ਜੀ। ਤਾਂ BA ਦੇ ਟਾਈਮ 'ਚ ਮੈਂ ਨਾ ਕਢਾਈ ਦਾ ਕੰਮ ਸਿੱਖਿਆ ਸੀਗਾ, ਜੋ ਕਿ ਸਿੰਪਲ ਆਪਣਾ ਸੂਟਾਂ ਵਾਲੀ ਕਢਾਈ ਵਾਲਾ ਹੁੰਦਾ ਜੀ। ਤੇ ਪਰ ਉਹਦੇ 'ਚ ਇਹ ਆ ਵੀ 2 ਸਾਲ 'ਚ ਮੈਂ ਪਰਫੈਕਟ ਹੋ ਗਈ ਸੀ, ਕਢਾਈ ਦਾ ਕੰਮ ਕਰਨ ਲੱਗ ਗਈ ਸੀ ਵਧੀਆ ਹਨਾ। ਤੇ ਉਸ ਤੋਂ ਬਾਅਦ ਜਦੋਂ ਪਰ ਮੈਂ MA ਦੀ ਐਡਮਿਸ਼ਨ ਕਰਵਾਉਣੀ ਸੀ ਤਾਂ ਮੈਨੂੰ ਪੁੱਛਣਾ ਨਹੀਂ ਪਿਆ ਸੀ ਘਰੇ ਵੀ ਮੈਂ ਐਡਮਿਸ਼ਨ ਕਰਵਾ ਦਾਂ ਜਾਂ ਨਾ ਕਰਵਾਵਾਂ। ਤੇ ਮੇਰਾ ਪਹਿਲਾ ਕਦਮ ਸੀਗਾ ਉਹ ਕਾਲਜ ਵੱਲ ਦਾ। ਤੇ ਚੰਗੀ ਗੱਲ ਸੀਗੀ ਵੀ ਖੁਦ ਕੰਮ ਕਰਕੇ ਮੈਂ ਖੁਦ ਫੀਸ ਇਕੱਠੀ ਕਰਕੇ ਆਪਣੀ ਪੜ੍ਹਾਈ ਉਹ ਕੀਤੀ ਸੀ ਹਨਾ ਜੀ। ਤੇ ਪਰ ਇਹ ਸੀ ਵੀ ਜਿਵੇਂ ਜਿਵੇਂ ਮੈਂ ਕੰਮ ਕਰਦੀ ਗਈ ਇਹ ਚੀਜ਼ 'ਚ ਪੂਰਾ ਇੰਟਰਸਟ ਬਣਦਾ ਗਿਆ ਹੱਥੀਂ ਕੰਮ ਕਰਨ 'ਚ ਹਨਾ। ਤੇ ਉਵੇਂ ਉਵੇਂ ਪੜ੍ਹਨ ਦੀ ਇੱਛਾ ਵੀ ਵੱਧਦੀ ਗਈ। ਇਹ ਨਹੀਂ ਸੀਗਾ ਵੀ ਕੰਮ ਕਰਨ ਤੋਂ ਬਾਅਦ ਮੈਂ ਕਹਾਂ ਵੀ ਮੈਂ ਸਿਰਫ ਕੰਮ ਹੀ ਕਰਨਾ ਜਾਂ ਸਿਰਫ ਪੈਸਾ ਹੀ ਕਮਾਉਣਾ, ਇਹ ਨਹੀਂ ਸੀ। ਤੇ ਨਾਲ ਨਾਲ ਮੈਂ ਪੜ੍ਹਾਈ ਕਰਨੀ ਸੀ। ਉਹੀ ਵੀ ਜਦੋਂ ਕਾਲਜ 'ਚ ਆਉਣਾ, ਕਾਲਜ ਤੋਂ ਬਾਅਦ ਫਿਰ ਇੱਕ ਹੁੰਦਾ ਵੀ ਮੈਂ ਯੂਨੀਵਰਸਿਟੀ ਵੀ ਜਾਣਾ, ਇੱਛਾ ਵੱਧਦੀ ਜਾਂਦੀ ਆ। ਪਰ ਇੱਥੇ ਆ ਕੇ ਜਦੋਂ ਮੈਂ ਇੱਕ ਮਾਹੌਲ ਵੇਖਿਆ ਸੀ, ਇੱਥੇ ਨਾ ਬਹੁਤ ਅਲੱਗ ਦਾ ਮਾਹੌਲ ਸੀ ਜੀ। ਯੂਨੀਵਰਸਿਟੀ ਦਾ ਇੱਕ ਫਰੀडम ਟਾਈਪ ਸੀ ਹਨਾ। ਤੇ ਪਰ ਫਰੀडम ਦੇ ਨਾਲ ਨਾਲ ਉਹੀ ਗੱਲ ਵੀ ਸੋਹਣੀ ਜ਼ਿੰਦਗੀ ਦੇ ਨਾਲ ਨਾਲ ਇੱਕ ਹੋਰ ਚੀਜ਼ ਸੀ ਵੀ ਇੱਥੇ ਸਰਵਾਈਵ ਕਿਵੇਂ ਕਰਨਾ ਹਨਾ। ਵੀ ਇੱਥੇ ਰਹਿਣਾ, ਖਰਚਾ, ਰਹਿਣ ਦਾ ਵੀ ਤੁਸੀਂ ਰੈਂਟ ਦੇ ਰਹੇ ਹੋ, ਖਾਣ ਪੀਣ ਦਾ ਤੁਹਾਨੂੰ ਬਾਹਰੋਂ ਖਾਣਾ ਪੈ ਰਿਹਾ, ਤਾਂ ਸਾਰਾ ਕੁਝ ਇਹ ਆ ਵੀ ਜੇ ਜੇਬ 'ਚ 4 ਪੈਸੇ ਹੈਗੇ ਨੇ ਫਿਰ ਹੀ ਤੁਸੀਂ ਬਾਹਰ ਨਿਕਲ ਸਕਦੇ ਹੋ ਹਨਾ ਰੂਮ ਤੋਂ। ਤੇ ਉੱਥੇ ਇਹ ਸੀ ਜਦੋਂ ਇੱਥੇ ਦਾ ਮਾਹੌਲ ਵੇਖਿਆ, ਇੱਥੇ ਜਦੋਂ ਸਭ ਤੋਂ ਪਹਿਲੀ ਗੱਲ ਤਾਂ ਆਪਾਂ ਨੂੰ ਯੂਨੀਵਰਸਿਟੀ ਅਟਰੈਕਟ ਕਰਦੀ ਆ ਪੰਜਾਬੀ ਯੂਨੀਵਰਸਿਟੀ। ਨਾਮ ਸੋਚਣ ਤੇ ਮਤਲਬ ਕਿ ਸੋਚਣ ਲਈ ਮਜਬੂਰ ਕਰਦਾ ਵੀ ਪੰਜਾਬੀ ਯੂਨੀਵਰਸਿਟੀ ਦਾ ਭਾਸ਼ਾ ਦੇ ਨਾਮ ਤੇ ਹਨਾ ਨਾਮ ਰੱਖਿਆ ਗਿਆ ਯੂਨੀਵਰਸਿਟੀ ਦਾ। ਪਰ ਇੱਥੇ ਆ ਕੇ ਜਦੋਂ ਮਾਹੌਲ ਵੇਖਿਆ, ਮਾਹੌਲ ਬਿਲਕੁਲ ਵੱਖਰਾ ਸੀ ਜੀ। ਤੇ ਪੰਜਾਬੀ ਵਾਲੇ ਬੱਚੇ ਘੱਟ ਮਿਲ ਰਹੇ ਸੀ, ਜੇ ਮਿਲ ਰਹੇ ਸੀ ਤਾਂ ਉਹ ਵੀ ਕਿਤੇ ਨਾ ਕਿਤੇ ਇੰਗਲਿਸ਼ 'ਚ ਗੱਲ ਕਰਨ 'ਚ ਮਾਣ ਮਹਿਸੂਸ ਕਰਦੇ ਸੀ ਜੀ। ਬਿਲਕੁਲ। ਤਾਂ ਉਹ ਚੀਜ਼ ਨੇ ਬੜਾ ਉਹ ਕੀਤਾ ਹਨਾ, ਪਿੰਚ ਕੀਤਾ ਇੱਕ ਤਰੀਕੇ ਨਾਲ। ਤੇ ਫਿਰ ਉਸ ਤੋਂ ਬਾਅਦ ਜਦੋਂ ਪ੍ਰੋਗਰਾਮ ਹੁੰਦੇ ਪੰਜਾਬੀ ਭਾਸ਼ਾ ਤੇ ਪ੍ਰੋਗਰਾਮ ਉਲੀਕਿਆ ਜਾ ਰਿਹਾ ਤੇ ਕਈ ਵਾਰ ਇਹ ਹੁੰਦਾ ਵੀ ਉੱਥੇ ਪ੍ਰੋਗਰਾਮ ਪੰਜਾਬੀ ਭਾਸ਼ਾ ਤੇ ਆ, ਜੋ ਮੁੱਖ ਬੁਲਾ ਰਹੇ ਨੇ ਉਹ ਇੰਗਲਿਸ਼ 'ਚ ਗੱਲ ਕਰ ਰਹੇ ਨੇ। ਤੇ ਪਰ ਇਹ ਆ ਵੀ ਸਮਝ ਹੁਣ ਆਪਾਂ ਨੂੰ ਤਾਂ ਸਮਝ ਪੰਜਾਬੀ ਹੀ ਆਊਗੀ। ਤਾਂ ਉੱਥੇ ਮੈਂ ਇਹ ਚੀਜ਼ ਸੋਚੀ ਸੀ ਵੀ ਕੰਮ ਵੀ ਕਰਨਾ, ਜੇ ਇੱਥੇ ਰਹਿਣਾ ਤਾਂ ਕੰਮ ਕਰਨਾ ਹੀ ਪਊਗਾ। ਤਾਂ ਵੀ ਕਿਉਂ ਨਾ ਕਹਿਣ ਦੀ ਬਜਾਏ ਕੰਮ ਕਰ ਲਿਆ ਜਾਵੇ, ਖੁਦ ਕੁਝ ਕਰ ਲਿਆ ਜਾਵੇ ਹਨਾ। ਤੇ ਜਦੋਂ ਵੀ ਫਿਰ ਮੈਨੇ ਕੰਮ ਦਾ ਫਿਰ ਮੈਂ ਇੱਕ ਸ਼ੁਰੂਆਤ ਝੋਲੇ ਤੋਂ ਕੀਤੀ। ਸ਼ੁਰੂ 'ਚ ਇੱਕ ਝੋਲਾ ਬਣਾਇਆ ਸੀ, ਸਿੰਪਲ ਝੋਲਾ ਜੋ ਟਿਫਨ ਵਾਲਾ ਝੋਲਾ ਹੁੰਦਾ, ਜੋ ਹਮੇਸ਼ਾ ਨਾ ਮੰਮੀ ਘਰੇ ਹੀ ਤਿਆਰ ਕਰਦੇ ਸੀ। ਡੈਡੀ ਜਦੋਂ ਕੰਮ ਤੇ ਜਾਂਦੇ ਸੀ ਤਾਂ ਉਹ ਮੰਮੀ ਨੇ ਸਿਲਾਈ ਖੁਦ ਕਰਨਾ ਹੁੰਦਾ ਸੀ। ਸ਼ੁਰੂਆਤ ਮੇਰੀ ਉਹਦੇ ਸੀ, ਉਹਦੇ ਤੇ ਨਾ ਮੈਨੇ ਮਤਲਬ ਕਿ ਆਪਣੀ ਇੱਛਾ ਨਾਲ ਹੀ ਪੂਰੀ 35 ਅੱਖਰੀ ਕਢਾਈ ਕੀਤੀ ਜੀ। ਤੇ ਜਿਵੇਂ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਮੈਨੇ ਪੋਸਟ ਕੀਤੀ ਫੋਟੋ ਹਨਾ ਜੀ। ਤੇ ਉਹਦੇ ਨਾਲ ਚੰਗਾ ਇੱਕ ਆਈਡੀਆ ਮਿਲ ਗਿਆ, ਥੌਟ ਆ ਗਿਆ ਹਾਂਜੀ। ਤੇ ਉਸ ਤੋਂ ਬਾਅਦ ਫਿਰ ਮੈਂ ਪੰਜਾਬੀ ਯੂਨੀਵਰਸਿਟੀ ਰਹਿ ਕੇ ਨਾਲ ਨਾਲ ਪੜ੍ਹਾਈ ਸ਼ੁਰੂ ਰੱਖੀ ਤੇ ਨਾਲ ਨਾਲ ਆਪਣਾ ਇਹ ਕੰਮ ਝੋਲਿਆਂ ਵਾਲਾ ਸ਼ੁਰੂ ਕੀਤਾ। ਇਹਦੇ ਨਾਲ ਗੁਰਮੁਖੀ ਅੱਖਰਕਾਰੀ ਲਿਖਣੀ, ਹੋਰ ਡਿਜ਼ਾਈਨ ਹਨਾ ਨੈਟ ਤੋਂ ਦੇਖ ਦੇਖ ਕੇ ਉਵੇਂ ਕੀਤੇ। ਪਰ ਦੋਸਤਾਂ ਦਾ ਬਹੁਤ ਸਹਿਯੋਗ ਰਿਹਾ ਤੇ ਵੀ ਮੈਂ ਕੰਮ ਨੂੰ ਅੱਗੇ ਲੈ ਕੇ ਗਈ। ਕੀ ਮਤਲਬ ਕੰਮ ਕਰਦੇ ਹੋ ਜੀ ਤੁਸੀਂ? ਕਿੱਦਾਂ ਕਿਹੜੇ ਝੋਲਿਆਂ ਤੋਂ ਇਲਾਵਾ ਹੋਰ ਕਾਹਦੇ ਤੇ ਕਢਾਈ ਕਰਦੇ ਹੋ ਜੀ? ਜਿਵੇਂ ਸ਼ੁਰੂਆਤ ਇੱਕ ਝੋਲੇ ਤੋਂ ਹੋਈ ਜੀ। ਪਰ ਜਿਵੇਂ ਤੁਸੀਂ ਕਿਸੇ ਕੰਮ 'ਚ ਪੈ ਜਾਂਦੇ ਹੋ ਹਨਾ, ਤਾਂ ਤੁਹਾਡੇ ਕੋਲ ਆਪਣੇ ਆਪ ਉਵੇਂ ਦੇ ਥੌਟ ਆਉਣ ਲੱਗ ਜਾਂਦੇ ਆ, ਜਾਂ ਫਿਰ ਕਸਟਮਰ ਹੀ ਉਹ ਚੀਜ਼ ਲੈ ਕੇ ਆਉਂਦੇ ਵੀ ਕੀ ਐਵੇਂ ਵੀ ਹੋ ਸਕਦਾ ਜੀ। ਬਿਲਕੁਲ। ਤਾਂ ਉਹ ਝੋਲੇ ਤੋਂ ਬਾਅਦ ਆਪਾਂ ਸਕੂਲ ਬੈਗ ਸ਼ੁਰੂ ਕੀਤੇ। ਸਕੂਲ ਬੈਗ ਦਾ ਇਹ ਹੁੰਦਾ ਸੀਗਾ ਵੀ ਸਕੂਲ ਬੈਗ ਦੇ ਉੱਪਰ ਬੱਚੇ ਦਾ ਨਾਮ ਲਿਖਿਆ ਹੁੰਦਾ, ਨੀਚੇ ਪੂਰੀ 35 ਅੱਖਰੀ ਲਿਖੀ ਹੁੰਦੀ ਆ। ਇਹਦੇ ਨਾਲ ਇਹ ਬੱਚੇ ਨੂੰ ਇੱਕ ਜਿਵੇਂ ਅੱਜ ਦੇ ਟਾਈਮ 'ਚ ਆ ਵੀ ਉਹ ਚੀਜ਼ ਮੇਰੀ ਆ ਜੀ। ਤਾਂ ਬੱਚੇ ਲਈ ਹਨਾ ਬੈਗ ਲਈ ਵੀ ਉਹ ਚੀਜ਼ ਸੀ ਪਿਆਰ ਵੀ ਮੇਰਾ ਨਾਮ ਲਿਖਿਆ ਹੋਇਆ ਇਹਦੇ ਤੇ। ਤਾਂ ਬੱਚਿਆਂ ਦੇ ਸਕੂਲ ਬੈਗ ਬਣਦੇ ਆ ਜੀ। ਦੁਪੱਟੇ ਤੇ ਫਿਰ ਮਫਲਰ ਬਣਾਉਣੇ ਸ਼ੁਰੂ ਕੀਤੇ। ਜਿਵੇਂ ਫਿਰ ਬਾਅਦ 'ਚ ਡਿਮਾਂਡ ਆਈ ਵੀ ਲੋਈਆਂ ਵੀ ਤਿਆਰ ਕਰੋ, ਵੀ ਕੁੜੀਆਂ ਲਈ ਤਾਂ ਦੁਪੱਟੇ ਹੈਗੇ ਆ, ਵੀ ਮੁੰਡੇ ਕੀ ਪਾਉਣ ਹਨਾ ਜੀ। ਬਿਲਕੁਲ। ਤਾਂ ਉਹਨਾਂ ਲਈ ਲੋਈਆਂ ਹੋ ਗਈਆਂ ਜੀ। ਤੇ ਐਵੇਂ ਹੁਣ ਕੁੜਤੇ ਬਣਾਉਣੇ ਸ਼ੁਰੂ ਕਰਨੇ ਆ। ਐਵੇਂ ਹੌਲੀ ਹੌਲੀ ਕੰਮ ਵੱਧ ਰਿਹਾ ਆਪਣਾ। ਠੀਕ ਹੈ ਜੀ। ਸ਼ੁਰੂਆਤ ਦੇ ਵਿੱਚ ਮਤਲਬ ਕਿੰਨੇ ਜਣਿਆਂ ਨੇ ਸ਼ੁਰੂਆਤ ਕੀਤੀ ਸੀ ਜੀ? ਕੁਝ ਤੁਹਾਡੇ ਨਾਲ ਸੀ ਉਦੋਂ ਹੈਲਪ ਕਰਨ ਦੇ ਲਈ, ਤੇ ਅੱਜ ਮੈਨੂੰ ਲੱਗਦਾ ਲਗਭਗ ਸਾਲ 1.5 ਸਾਲ ਹੋ ਗਿਆ ਤੁਹਾਡਾ ਕੰਮ ਚੱਲਦੇ ਨੂੰ, ਤੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਿੰਨੇ ਬੰਦਿਆਂ ਨੂੰ ਜੋੜ ਲਿਆ ਜੀ ਆਪਣੇ ਨਾਲ? ਜਿਵੇਂ ਸ਼ੁਰੂਆਤ ਤੋਂ ਮੈਂ ਇਕੱਲੀ ਸੀਗੀ, ਇੱਕ ਆਈਡੀਆ ਹੀ ਸੀਗਾ। ਉਦੋਂ ਤਾਂ ਇਹ ਸੀ ਵੀ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ ਮਸ਼ੀਨ ਤੱਕ ਮੈਨੇ ਰੈਂਟ ਤੇ ਲਈ ਸੀ ਪਟਿਆਲੇ। ਤੇ ਉਹਦੇ ਇਹ ਸੀਗਾ 1 ਮਹੀਨਾ ਮੈਂ ਕੰਮ ਕਰਕੇ ਵੇਖਣਾ, ਅਗਰ ਕੰਮ ਦਾ ਰਿਸਪੌਂਸ ਸੋਹਣਾ ਆ ਰਿਹਾ ਤਾਂ ਮੈਂ ਇੱਥੇ ਕੰਟੀਨਿਊ ਕਰੂੰ, ਨਹੀਂ ਫਿਰ ਮੈਂ ਪਿੰਡ ਕੰਮ ਕਰੂੰਗੀ ਜੀ।
ਤਾਂ ਉਦੋਂ ਕੱਲਿਆਂ ਦੀ ਸੀ ਸ਼ੁਰੂਆਤ। ਦੋਸਤਾਂ ਨੇ ਬੜਾ ਸਹਿਯੋਗ ਦਿੱਤਾ, ਜਿਵੇਂ ਜਗ੍ਹਾ ਦੁਕਾਨ ਤੇ ਜਿੱਥੇ ਕੰਮ ਕਰਨਾ ਸੀ ਹਨਾ, ਉਵੇਂ ਸਹਿਯੋਗ ਠੀਕ ਰਿਹਾ। ਕਹਿੰਦੇ ਵੀ ਜਦੋਂ ਤੁਹਾਡਾ ਸਰਕਲ ਠੀਕ ਹੁੰਦਾ ਤੁਸੀਂ ਹਮੇਸ਼ਾ ਅੱਗੇ ਵੱਲ ਨੂੰ ਵੱਧਦੇ ਹੋ, ਕਦੇ ਵੀ ਪਿੱਛੇ ਨਹੀਂ ਜਾਂਦੇ। ਬਿਲਕੁਲ। ਤੇ ਉਦੋਂ ਸ਼ੁਰੂਆਤ 'ਚ ਇਕੱਲਿਆਂ ਤੋਂ ਸੀ, ਪਰ ਅੱਜ ਦੇ ਟਾਈਮ ਕਹਿ ਲਓ ਵੀ 18-19 ਜਾਣੇ ਅਸੀਂ ਕੰਮ ਕਰ ਰਹੇ ਹਾਂ। ਬਸਤਾ ਘਰ ਦੀ ਟੀਮ ਹੈ ਜੋ। ਠੀਕ ਹੈ ਜੀ। ਤੇ ਉਹ ਸਾਰੇ ਵਧੀਆ ਸਹਿਯੋਗ ਕਰ ਰਹੇ ਨੇ, ਵਧੀਆ ਕੰਮ ਕਰ ਰਹੇ ਨੇ, ਮਿਹਨਤੀ ਨੇ ਸਾਰੇ ਜੀ। ਤੇ ਐਵੇਂ ਕਿੱਥੋਂ ਨੇ ਜੀ ਮਤਲਬ ਤੁਹਾਡੇ ਨਾਲ ਟੀਮ ਦੇ ਨਾਲ ਜੁੜੇ ਹੋਏ ਮੈਂਬਰ ਨੇ ਜੋ? ਉਹਦੇ 'ਚ ਇਹ ਆ ਵੀ ਕੁਛ ਤਾਂ ਸਟੂਡੈਂਟ ਹੈ ਆਪਣੇ ਕੋਲ ਯੂਨੀਵਰਸਿਟੀ ਦੇ, ਜਿਵੇਂ ਹੁਣ ਐਡਮਿਸ਼ਨਾਂ ਨਵੀਆਂ ਹੁੰਦੀਆਂ ਤਾਂ ਮੈਂ ਕਹਿੰਦੀ ਆ ਵੀ ਜਿਹੜੀ ਦਿੱਕਤ ਮੈਨੂੰ ਆਈ ਹੈ ਇੱਥੇ ਤਾਂ ਓਬਵੀਅਸਲੀ ਸਾਰਿਆਂ ਨੂੰ ਹੀ ਆਈ ਹੋਊਗੀ। ਤਾਂ ਪਰ ਉਹਨਾਂ ਨੂੰ ਪਤਾ ਵੀ ਕੋਈ ਕੰਮ ਹੋ ਰਿਹਾ ਇੱਥੇ ਹਨਾ, ਕਿਉਂਕਿ ਆਪਾਂ ਸੋਸ਼ਲ ਮੀਡੀਆ ਤੇ ਇਹ ਚੀਜ਼ ਦੱਸੀ ਹੋਈ ਆ ਵੀ ਤੁਸੀਂ ਆ ਸਕਦੇ ਹੋ। ਜੇ ਤੁਸੀਂ ਦਿਨ 'ਚ ਪੂਰਾ ਟਾਈਮ ਨਹੀਂ ਦੇ ਸਕਦੇ ਤੁਸੀਂ ਘੰਟਾ 2 ਘੰਟੇ ਦੇ ਸਕਦੇ ਹੋ। ਤਾਂ ਉੱਥੇ ਇਹ ਆ ਵੀ ਸਟੂਡੈਂਟ ਨੇ ਆਪਣੇ ਕੋਲ ਨਾਲ ਦੇ ਪਿੰਡਾਂ ਤੋਂ ਜੋ ਆਪਣੇ ਘਰੇ ਕੰਮ ਲੈ ਕੇ ਜਾ ਸਕਦੇ ਨੇ, ਉਹ ਨੇ ਘਰੇ ਕੰਮ ਲੈ ਕੇ ਜਾਂਦੇ ਨੇ ਤੇ ਦੇ ਜਾਂਦੇ ਆ। ਤੇ ਕੁਝ ਮੇਰੇ ਪਿੰਡ ਤੋਂ ਨੇ ਸਟੂਡੈਂਟ 1-2, ਉਹਨਾਂ ਦਾ ਇਹ ਆ ਵੀ ਮੇਰੇ ਮਤਲਬ ਕਿ ਗੁਆਂਢ 'ਚੋਂ ਕੁੜੀ ਹੈ ਇੱਕ, ਉਹਨਾਂ ਦਾ ਵੀ ਉਹ ਨਹੀਂ ਪੜ੍ਹਾ ਸਕਦੇ ਸੀ +2 ਤੋਂ ਬਾਅਦ ਹਨਾ। ਕਈ ਵਾਰ ਆਰਥਿਕਤਾ ਐਵੇਂ ਦੀ ਹੁੰਦੀ ਹੈ, ਜੇ ਕਹਾਂ ਵੀ ਮੈਂ ਖੁਦ ਕਹਿੰਦੀ ਵੀ ਜੇ ਮੈਂ ਖੁਦ ਡਿਪੈਂਡ ਹੁੰਦੀ ਮੈਂ ਨਹੀਂ ਪੜ੍ਹ ਸਕਦੀ ਸੀ ਅੱਗੇ। ਬਿਲਕੁਲ ਜੀ ਬਿਲਕੁਲ। ਤਾਂ ਹਰ ਕੁੜੀ ਦੀ ਉਵੇਂ ਸੇਮ ਹੀ ਕਹਾਣੀ ਹੁੰਦੀ ਆ ਜੀ। ਹਾਂਜੀ। ਤੇ ਪਰ ਉਹਨੇ ਕੰਮ ਸਿੱਖਿਆ, ਉਹਨੇ ਕਿਹਾ ਦੀਦੀ ਜੇ ਮੈਂ ਇਹ ਚੀਜ਼ ਕੰਮ ਸਿੱਖ ਲਾਂ ਵੀ ਮੈਨੂੰ ਕੰਮ ਦੇ ਦੋਗੇ ਤੁਸੀਂ? ਮੈਂ ਕਿਹਾ ਵੀ ਹਾਂ, ਹੋਰ ਕੀ ਚਾਹੀਦਾ ਆਪਾਂ ਨੂੰ। ਬਿਲਕੁਲ ਜੀ। ਤਾਂ ਉਹਨੇ ਕੰਮ ਸਿੱਖਿਆ ਤੇ ਹੁਣ ਉਹ ਅੱਜ ਦੇ ਟਾਈਮ 'ਚ ਕੰਮ ਕਰ ਰਹੀ ਆ ਤੇ ਇਸ ਵਾਰ ਨਾ ਉਹਨੇ BA 'ਚ ਐਡਮਿਸ਼ਨ ਕਰਵਾਈ। ਤੇ ਮੈਨੂੰ ਇਹ ਸੁਣ ਕੇ ਬੜੀ ਖੁਸ਼ੀ ਹੋਈ। ਮੈਨੂੰ ਇਹ ਲੱਗ ਰਿਹਾ ਸੀ ਵੀ ਉਹ ਆਪਣੀ ਜ਼ਿੰਦਗੀ ਨਹੀਂ ਜਿਉ ਰਹੀ, ਉਹਦੇ ਵਿੱਚ ਮੈਂ ਆਪਣੀ ਜ਼ਿੰਦਗੀ ਜਿਉ ਰਹੀ ਹਾਂ। ਤੁਹਾਡੀ ਬਹੁਤ ਵੱਡੀ ਪ੍ਰਾਪਤੀ ਹੈ ਇਹ ਕਿ ਆਪਾਂ ਇਸ ਛੋਟੀ ਜਿਹੀ ਉਮਰ ਹੈ, ਹਲੇ ਤਾਂ ਸ਼ੁਰੂਆਤਾਂ ਨੇ ਤੁਹਾਡੀਆਂ ਵੀ ਆਪਾਂ ਇੰਨੀ ਕੁ ਉਮਰ ਦੇ ਵਿੱਚ ਹੀ ਕਿਸੇ ਨੂੰ ਰੁਜ਼ਗਾਰ ਦੇਣ ਦੇ ਕਾਬਿਲ ਹੋਏ ਆ। ਤੁਹਾਡੇ ਲਈ ਬਹੁਤ ਵਧਾਈ ਦੇ ਪਾਤਰ ਹੋ ਤੁਸੀਂ ਇਸ ਗੱਲ ਲਈ ਤੇ ਹੈ ਨਾ। ਸ਼ੁਕਰੀਆ ਜੀ। ਤੇ ਉਹਦੇ ਲਈ ਵੀ ਇਹ ਹੁੰਦਾ ਵੀ ਉਹ ਹੁਣ ਆਪਣਾ ਪੜੂਗੀ ਲਿਖੂਗੀ। ਮੈਂ ਹਮੇਸ਼ਾ ਉਹਨੂੰ ਕਿਸੇ ਦੀ ਐਗਜ਼ਾਮਪਲ ਨਹੀਂ ਦਿੰਦੀ, ਮੈਂ ਬਹੁਤ ਘੱਟ ਕਿਸੇ ਦੀ ਐਗਜ਼ਾਮਪਲ ਦਿੰਦੀ ਹੁੰਦੀ। ਮੈਨੂੰ ਇਹ ਹੁੰਦਾ ਵੀ ਤੁਸੀਂ ਕਿਸੇ ਉਹ ਬੰਦੇ ਦੀ ਐਗਜ਼ਾਮਪਲ ਦੇ ਰਹੇ ਹੋ ਹਨਾ ਜਿਹਨੂੰ ਤੁਸੀਂ ਜਾਣਦੇ ਨਹੀਂ ਜਾਂ ਜਿਹਨੂੰ ਤੁਸੀਂ ਪੂਰਾ ਮਤਲਬ ਕਿ ਦੇਖਿਆ ਨਹੀਂ ਹਨਾ। ਹਮੇਸ਼ਾ ਆਪਣੀ ਐਗਜ਼ਾਮਪਲ ਦਿੰਦੀ ਹੁੰਦੀ ਆ ਵੀ ਮੈਂ ਆਪਣੇ ਖੁਦ ਨੂੰ ਦੇਖਿਆ ਵੀ ਜੇ ਕਿਸੇ ਟਾਈਮ ਮੈਨੂੰ ਤੰਗੀ ਸੀ ਪਰ ਅੱਜ ਮੈਂ ਯੂਨੀਵਰਸਿਟੀ ਲੈਵਲ ਤੇ ਆ। ਜੀ ਬਿਲਕੁਲ। ਵੀ ਤਾਂ ਕਰਕੇ ਵੀ ਤੂੰ ਵੀ ਚਾਹੇ ਇੱਕ ਘਰੇ ਹੀ ਆ ਪ੍ਰਾਈਵੇਟ, ਮੈਂ ਵੀ BA ਪ੍ਰਾਈਵੇਟ ਕੀਤੀ ਆ, ਮੈਂ ਕਿਸੇ ਕਾਲਜ ਤੋਂ ਨਹੀਂ ਕੀਤੀ, ਮੈਂ ਘਰੇ ਬੈਠ ਕੇ BA ਕੀਤੀ ਆ। ਤੇ ਉਵੇਂ ਹੀ ਆ ਵੀ ਪਰ ਇਹ ਵੀ ਜੇ ਮਿਹਨਤ ਕਰਦੀ ਰਵੇਂਗੀ ਹਨਾ ਤਾਂ ਅੱਗੇ ਜਿੱਥੇ ਤੱਕ ਹੋ ਸਕਦਾ ਮੇਰੇ ਤੋਂ ਵੀ ਅਗਾਂਹ ਪਹੁੰਚੇ ਤੂੰ, ਕਿਉਂਕਿ ਅੱਜ ਦੇ ਟਾਈਮ ਦਾ ਕਾਫੀ ਫਰਕ ਆ ਪਹਿਲਾਂ ਨਾਲੋਂ। ਬਿਲਕੁਲ ਜੀ। ਰੁਪਿੰਦਰ ਜੀ ਕਿੱਥੋਂ ਤੱਕ ਕੰਮ ਵੱਧ ਚੁੱਕਿਆ ਹੈ? ਮਤਲਬ ਜਦੋਂ ਤੁਸੀਂ ਸ਼ੁਰੂਆਤ ਕੀਤੀ, ਤੁਸੀਂ ਦੱਸਿਆ ਝੋਲੇ ਤੋਂ ਸ਼ੁਰੂਆਤ ਕੀਤੀ, ਅੱਜ ਲਗਭਗ 1.5 ਸਾਲ ਦੇ ਕਰੀਬ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ। ਉਦੋਂ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਦੇ ਵਿੱਚ ਕਿੱਥੋਂ ਤੱਕ ਕੰਮ ਚੱਲਿਆ ਜਾਂਦਾ ਜਾਂ ਕਿੰਨਾ ਕੁ ਤੁਹਾਨੂੰ ਡਿਮਾਂਡਸ ਆਉਂਦੀਆਂ ਨੇ? ਕੰਮ ਤਾਂ ਇਹ ਆ ਵੀ ਸ਼ੁਰੂ 'ਚ ਆਪਣੇ ਜਿਹੜੇ ਬੈਗ ਸੀਗੇ ਇੱਥੇ ਹੀ ਰਹਿੰਦੇ ਸੀ ਪੰਜਾਬ 'ਚ, ਪਰ ਪਿਛਲੇ ਟਾਈਮ ਤੋਂ ਆਪਣੇ ਬਾਹਰ ਜ਼ਿਆਦਾ ਕੰਮ ਜਾ ਰਿਹਾ ਹਨਾ। ਉਹਦੇ 'ਚ ਅਮਰੀਕਾ ਹੋ ਜਾਂਦਾ, ਕੈਨੇਡਾ ਤੇ ਕੈਲੀਫੋਰਨੀਆ। ਉੱਥੇ ਦਾ ਇਹ ਚੀਜ਼ ਬੜੀ ਚੰਗੀ ਲੱਗੀ, ਜਿਹੜੇ ਉੱਥੇ ਪੰਜਾਬੀ ਗਏ ਹੋਏ ਨੇ ਹਨਾ, ਉਹਨਾਂ ਨੇ ਕੀ ਕੀਤਾ ਹੋਇਆ ਉੱਥੇ ਵੀ ਸੰਡੇ ਵਾਲੇ ਦਿਨ ਨਾ ਉਹ ਗੁਰੂ ਘਰ 'ਚ ਪੰਜਾਬੀ ਗੁਰਮੁਖੀ ਦੀ ਕਲਾਸ ਲਗਾਉਂਦੇ ਆ। ਠੀਕ ਹੈ ਜੀ। ਕਿਉਂਕਿ ਉਹਨਾਂ ਨੂੰ ਉਹ ਚੀਜ਼ ਖਤਮ ਹੁੰਦੀ ਦਿਖ ਰਹੀ ਆ, ਉਹਨਾਂ ਨੂੰ ਫਿਕਰ ਪੈ ਰਿਹਾ। ਜੀ ਬਿਲਕੁਲ। ਉਹਨਾਂ ਨੂੰ ਇਹ ਲੱਗਦਾ ਵੀ ਸਾਡੇ ਖੁਦ ਦੇ ਬੱਚੇ ਨਹੀਂ ਪੰਜਾਬੀ ਬੋਲ ਪਾ ਰਹੇ। ਦੇਖੋ ਪੰਜਾਬ ਤੋਂ ਬਾਹਰ ਬੈਠੇ ਵੀ ਫਿਕਰ ਕਰ ਰਹੇ ਨੇ। ਬਿਲਕੁਲ। ਮੈਂ ਕਹਿੰਦੀ ਵੀ ਪੰਜਾਬ ਵਾਲਿਆਂ ਨਾਲੋਂ ਵੱਧ ਫਿਕਰ ਕਰ ਰਹੇ ਹੋ, ਵੱਧ ਫਿਕਰ ਕਰ ਰਹੇ ਕਿਉਂਕਿ ਉਹ ਦੂਰ ਨੇ ਇਸ ਚੀਜ਼ ਨਾਲੋਂ, ਦੂਰ ਨੇ। ਆਪਾਂ ਨੂੰ ਅਹਿਸਾਸ ਨਹੀਂ, ਆਪਾਂ ਵਿੱਚ ਰਹਿ ਕੇ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹ ਕੇ ਵੀ ਅਹਿਸਾਸ ਨਹੀਂ ਕਰ ਪਾ ਰਹੇ ਇਸ ਚੀਜ਼। ਬਿਲਕੁਲ। ਤੇ ਉਹਨਾਂ ਦਾ ਇਹ ਵੀ ਉਹ ਆਪਣੇ ਤੋਂ ਬੈਗ ਮੰਗਵਾਉਂਦੇ ਆ, ਜਿੰਨੇ ਉਹਨਾਂ ਕੋਲ ਬੱਚੇ ਹੁੰਦੇ ਆ 20-30 ਜਿੰਨੇ ਵੀ ਬੱਚੇ ਹੁੰਦੇ ਆ, ਉਹਨਾਂ ਨੇ ਸਾਰਿਆਂ ਨੂੰ ਇਹ ਵਾਲਾ ਬੈਗ ਦਿੱਤਾ ਹੋਇਆ ਤਾਂ ਕਿ ਉਹ ਪੜ੍ਹਨ ਦੇ ਨਾਲ ਇਹਨੂੰ ਜਦੋਂ ਘਰੇ ਦੇਖਣਗੇ ਵੀ ਨਾ ਉਹ ਚੀਜ਼ਾਂ ਨੂੰ ਉਹਨਾਂ ਨੂੰ ਓਪਰੀਆਂ ਨਹੀਂ ਲੱਗਣਗੀਆਂ ਹਨਾ। ਕੋਈ ਅੱਖਰ ਉਹਨੂੰ ਓਪਰਾ ਨਹੀਂ ਲੱਗੂ ਕਿਉਂਕਿ ਉਹ ਡੇਲੀ ਦੇਖ ਰਹੇ ਨੇ, ਉਹ ਚੀਜ਼ਾਂ ਡੇਲੀ ਦੇਖ ਰਹੇ ਨੇ, ਪ੍ਰੇਰਿਤ ਹੁੰਦੇ ਨੇ, ਡੇਲੀ ਦੇਖ ਕੇ ਗੁਰਮੁਖੀ ਦੇ ਅੱਖਰ ਵੈਸੇ ਹੀ ਬਹੁਤ ਪ੍ਰਭਾਵ ਪਾਉਂਦੇ ਨੇ ਜੀ ਇਹ ਚੀਜ਼ ਤੇ ਹਨਾ। ਬਿਲਕੁਲ। ਤੇ ਉਵੇਂ ਕੰਮ ਆਪਣਾ ਕਾਫੀ ਵਧੀਆ ਜਾ ਰਿਹਾ ਹੈਗਾ ਤੇ ਵਧੀਆ ਰਿਸਪੌਂਸ ਵੀ ਸੋਹਣਾ ਮਿਲ ਰਿਹਾ। ਕਹਿੰਦੇ ਵੀ ਸਿਰਫ ਕੰਮ ਮੈਂ ਨਹੀਂ ਕਰ ਰਹੀ, ਜਿਹੜੇ ਚੀਜ਼ਾਂ ਨੂੰ ਖਰੀਦ ਰਹੇ ਨੇ ਦੁਪੱਟੇ ਉਹ ਵੀ ਮੇਰਾ ਸਹਿਯੋਗ ਦੇ ਰਹੇ ਨੇ ਹਨਾ। ਬਿਲਕੁਲ। ਤਾਂ ਕੰਮ ਮੇਰਾ ਕੱਲੀ ਦਾ ਨਹੀਂ ਹੈ, ਸਾਰਿਆਂ ਦਾ ਹੀ ਕੰਮ ਹੈ। ਕਿਉਂਕਿ ਜਿਵੇਂ ਤੁਸੀਂ ਪਹਿਲਾਂ ਹੀ ਦੱਸਿਆ ਕਿ ਸਟਾਰਟਿੰਗ ਝੋਲੇ ਤੋਂ ਹੋਈ ਸੀ ਤਾਂ ਲੋਕਾਂ ਦੀ ਡਿਮਾਂਡ ਦੇ ਨਾਲ ਹੀ ਤੁਸੀਂ ਅੱਗੇ ਵਧੇ ਜੀ। ਜਦੋਂ ਲੋਕਾਂ ਨੇ ਲੋਈ ਦੀ ਡਿਮਾਂਡ ਕੀਤੀ ਤਾਂ ਤੁਸੀਂ ਲੋਈ ਬਣਾਉਣੀ ਸ਼ੁਰੂ ਕੀਤੀ, ਜਦੋਂ ਲੋਕਾਂ ਨੇ ਮਫਲਰ ਦੀ ਡਿਮਾਂਡ ਕੀਤੀ ਮਫਲਰ। ਇਹ ਚੀਜ਼ ਤਾਂ ਬਹੁਤ ਪ੍ਰਭਾਵ ਪਾਉਂਦੀ ਹੈ, ਜਾਨੀ ਕਿ ਜਿੱਦਾਂ ਇਹ ਡਿਮਾਂਡ ਉਹ ਤੁਸੀਂ ਉਸ ਹਿਸਾਬ ਨਾਲ ਕੰਮ ਵਧਾਇਆ ਜੇ ਲੋਕਾਂ ਨੇ ਡਿਮਾਂਡ ਕੀਤੀ ਤੇ। ਹਾਂਜੀ ਰੁਪਿੰਦਰ ਜੀ, ਤੁਸੀਂ ਦੱਸਿਆ ਕਿ ਨਾਲੋਂ ਨਾਲ ਤੁਸੀਂ ਪੜ੍ਹਾਈ ਵੀ ਕਰ ਰਹੇ ਹੋ। ਉਸ ਟਾਈਮ ਜਦੋਂ ਕੰਮ ਸਟਾਰਟ ਕੀਤਾ ਉਦੋਂ ਵੀ ਤੁਸੀਂ ਪੜ੍ਹਾਈ ਕਰ ਰਹੇ ਸੀ, 1.5 ਸਾਲ ਦੇ ਲਗਭਗ ਹੋ ਗਿਆ। ਹੁਣੇ ਤੁਸੀਂ ਦੱਸ ਕੇ ਹਟੇ ਕਿ ਕੰਮ ਬਹੁਤ ਜ਼ਿਆਦਾ ਵੱਧ ਗਿਆ ਹੈ ਕੰਮ ਦਾ ਘੇਰਾ ਹੈ ਨਾ, ਅੱਗੇ ਬਾਹਰ ਵੀ ਕੰਮ ਜਾ ਰਿਹਾ ਆ, ਤਾਂ ਟੀਮ ਵੀ ਕਾਫੀ ਵੱਡੀ ਹੈ ਤੁਹਾਡੀ। ਕੁਛ ਦਿੱਕਤ ਆਈ ਜੀ, ਕੁਛ ਪੜ੍ਹਾਈ 'ਤੇ ਪ੍ਰਭਾਵ ਪੈ ਰਿਹਾ ਇਸ ਚੀਜ਼ ਦਾ? ਕਿਉਂਕਿ ਓਬਵੀਅਸ ਜੀ ਗੱਲ ਹੈ ਜੇ ਟੀਮ ਵੱਧ ਗਈ ਹੈ, ਕੰਮ ਵੱਧ ਗਿਆ ਤੇ ਧਿਆਨ ਵੀ ਜ਼ਿਆਦਾ ਦੇਣਾ ਪੈਂਦਾ ਤੇ ਟਾਈਮ ਵੀ ਜ਼ਿਆਦਾ ਦੇਣਾ ਪੈਂਦਾ ਆ। ਕੁਛ ਪੜ੍ਹਾਈ 'ਤੇ ਅਸਰ ਪੈ ਰਿਹਾ ਜੀ ਇਸ ਚੀਜ਼ ਦਾ? ਪੈ ਰਿਹਾ ਅਸਰ।
ਪਰ ਗੱਲ ਇਹ ਵੀ ਜਿਹੜਾ ਪ੍ਰਭਾਵ ਪੈ ਰਿਹਾ ਉਹ ਪੋਜ਼ਿਟਿਵ ਹੀ ਪੈ ਰਿਹਾ। ਓਕੇ। ਤੇ ਜਦੋਂ ਕਿ ਮੇਰੀ ਕੰਮ ਦੀ ਸ਼ੁਰੂਆਤ ਸੀ ਉਦੋਂ ਮੇਰੀ ਨੈਟ ਦੀ ਕੋਚਿੰਗ ਚੱਲ ਰਹੀ ਸੀ ਤੇ ਪਰ ਉਦੋਂ ਆਪਾਂ ਬਹੁਤ ਲਿਮਟਿਡ ਕੰਮ ਕਰ ਰਹੇ ਸੀ, ਥੋੜਾ ਕਰ ਰਹੇ ਸੀ ਜੀ। ਤੇ ਪਰ ਇਹ ਚੀਜ਼ ਨਾਲ ਹੌਸਲਾ ਬੜਾ ਸੀਗਾ ਵੀ ਨਾਲ ਨਾਲ ਕੰਮ ਕਰ ਰਹੇ ਆ ਹਨਾ। ਤੇ ਨੈਟ ਕੁਆਲੀਫਾਈ ਹੋ ਗਿਆ ਸੀ, ਐਮਏ ਨੈਟ। ਤੇ ਉਸ ਤੋਂ ਬਾਅਦ ਇਹ ਸੀ ਵੀ ਅੱਗੇ ਕੀ ਕਰਨਾ, ਕਿਉਂਕਿ ਤੁਸੀਂ ਮਤਲਬ ਕਿ ਮੈਨੂੰ ਇਹ ਲੱਗਦਾ ਹੁੰਦਾ ਵੀ ਪੜ੍ਹ ਕੇ ਨਾ ਸਿਰਫ ਕੰਮ ਇੱਕ ਤਰਫ ਇਹ ਹੁੰਦਾ ਵੀ ਸਿਰਫ ਜੇ ਮੈਂ ਕਹਾਂ ਮੈਂ ਸਿਰਫ ਕੰਮ ਹੀ ਕਰਨਾ ਸੀ, ਨਹੀਂ ਕਰਨਾ ਸੀ। ਜੇ ਮੈਂ ਕੰਮ ਕਰਨਾ ਸੀ ਉਹੀ ਗੱਲ ਆ ਵੀ ਜੇ ਮੇਰੀ +2 ਤੋਂ ਬਾਅਦ BA ਤੋਂ ਬਾਅਦ MA ਦੀ ਇੱਛਾ ਸੀ ਤਾਂ ਨੈਟ ਤੋਂ ਬਾਅਦ ਵੀ ਹੋਊਗੀ ਹਨਾ। ਬਿਲਕੁਲ ਜੀ ਬਿਲਕੁਲ। ਤੇ ਉਸ ਤੋਂ ਬਾਅਦ ਮੈंने B.Ed ਭਰਤੀ ਤੇ B.Ed ਦੇ ਚਲਦੇ ਤੇ PTET ਵੀ ਦੇ ਦਿੱਤਾ ਮੈਂ ਟੈਸਟ। ਉਹਦੇ ਲਈ ਇਹ ਹੁੰਦਾ ਵੀ ਆਪਾਂ ਕੁਝ ਕੁ ਟਾਈਮ ਨਾ ਕੰਮ ਰੋਕ ਦਿੰਨੇ ਆ। ਫਿਰ ਮੰਨ ਕੇ ਚਲੋ ਅੱਜ ਮੇਰੇ ਪੇਪਰ ਨੇ ਤਾਂ ਆਪਾਂ ਮਹੀਨਾ ਕੰਮ ਰੋਕਤਾ ਤਾਂ ਉਹ ਫਿਰ ਇਹ ਆ ਵੀ ਪੂਰੇ ਦਾ ਪੂਰਾ ਮਹੀਨਾ ਫਿਰ ਸਿਰਫ ਪੜ੍ਹ ਰਹੀ ਹੋਊਂਗੀ ਮੈਂ, ਫਿਰ ਮੈਂ ਕੰਮ ਨਹੀਂ ਕਰ ਰਹੀ ਹੋਊਂਗੀ। ਤੇ ਐਵੇਂ ਸਟੂਡੈਂਟਸ ਨਾਲ ਹੁੰਦਾ, ਜਦੋਂ ਸਟੂਡੈਂਟਸ ਆਪਣੇ ਕੋਲ ਕੰਮ ਕਰਦੇ ਆ ਤਾਂ ਉਹ ਸਿਰਫ ਕੰਮ ਕਰਦੇ ਆ, ਪਰ ਜਦੋਂ ਪੇਪਰ ਹੁੰਦੇ ਆ ਤਾਂ ਪੂਰਾ ਕੋਆਪਰੇਟ ਕੀਤਾ ਜਾਂਦਾ। ਤਾਂ ਉਹਨਾਂ ਨੂੰ 10 ਦਿਨ 15 ਦਿਨ ਮਹੀਨਾ ਉਹਨਾਂ ਨੂੰ ਬਿਲਕੁਲ ਕੰਮ ਲਈ ਨਹੀਂ ਕਿਹਾ ਜਾਂਦਾ ਵੀ ਤੁਸੀਂ ਸਿਰਫ ਆਪਣਾ ਪੂਰਾ ਕਨਸੈਂਟਰੇਟ ਉਧਰ ਹੀ ਕਰੋ ਕਿਉਂਕਿ ਜੋ ਚੀਜ਼ ਮੈਂ ਕਰਦੀ ਆ ਉਹੀ ਸੇਮ ਅਪਲਾਈ ਉਹਨਾਂ ਤੇ ਹੁੰਦੀ ਆ। ਬਿਲਕੁਲ ਜੀ। ਤੇ ਉਸ ਤੋਂ ਬਾਅਦ B.Ed ਚੱਲਦੇ ਟਾਈਮ 3rd ਸਮੈਸਟਰ ਦੇ ਪੇਪਰ ਹੋ ਗਏ ਸੀ। PTET ਦਾ ਮੈंने ਪੇਪਰ ਦਿੱਤਾ ਤੇ PTET ਵੀ ਕੁਆਲੀਫਾਈ ਹੋ ਗਿਆ। ਠੀਕ ਹੈ। ਮੈਂ CTET ਦਾ ਪੇਪਰ ਦਿੱਤਾ ਹੋਇਆ, ਉਹਦਾ ਰਿਜ਼ਲਟ ਦੇਖਦੇ ਹਾਂ ਕਿਵੇਂ ਆਉਂਦਾ। ਤਾਂ ਕਰਕੇ ਆ ਵੀ ਕਈ ਵਾਰ ਇਹ ਹੋ ਜਾਂਦਾ ਵੀ ਕਈਆਂ ਦੇ ਦਿਮਾਗ 'ਚ ਨਾ ਇਹ ਚੀਜ਼ ਹੁੰਦੀ ਆ, ਬੱਚਿਆਂ ਦੇ ਵੀ ਹੁੰਦੀ ਆ ਵੀ ਦੀਦੀ ਅਸੀਂ ਕੰਮ ਕਰਾਂਗੇ ਵੀ ਇਹ ਤਾਂ ਨਹੀਂ ਹੋ ਸਾਡਾ ਉਧਰ ਪੜ੍ਹਾਈ 'ਚੋਂ ਲੋਸ ਹੋਊਗਾ ਹਨਾ, ਕਿਉਂਕਿ ਕਈਆਂ ਦੇ ਆ ਜਾਂਦਾ ਵੀ ਤੂੰ ਤਾਂ ਜਿਵੇਂ ਹੁਣ ਕਈ ਵਾਰ ਮੇਰੇ ਵੀ ਘਰ ਦੇ ਕਹਿ ਦਿੰਦੇ ਆ ਵੀ ਸਿਰਫ ਕੰਮ ਹੀ ਨਾ ਕਰੀ ਜਾਈਂ, ਪੜ੍ਹ ਲਿਖ ਵੀ ਨਹੀਂ ਥੋੜਾ ਬਹੁਤਾ। ਬਿਲਕੁਲ ਜੀ। ਕਿਉਂਕਿ ਫਿਕਰ ਸਾਰਿਆਂ ਨੂੰ ਹੁੰਦੀ ਆ, ਪਰ ਇਹ ਚੀਜ਼ ਨਾ ਬਹੁਤ ਪੋਜ਼ਿਟਿਵ ਹੁੰਦੀ ਆ। ਮੈਂ ਕਹਿੰਦੀ ਆ ਜਦੋਂ ਤੁਸੀਂ ਨਾਲ ਨਾਲ ਹੱਥੀਂ ਕੰਮ ਕਰ ਰਹੇ ਹੋ ਇਹ ਚੀਜ਼ ਨਾ ਦਿਮਾਗ 'ਚ ਲੈ ਕੇ ਆਓ ਵੀ ਤੁਹਾਡਾ ਪੜ੍ਹਾਈ ਕਣੀਓ ਧਿਆਨ ਘਟੂਗਾ ਵਧੂਗਾ, ਕਿਉਂਕਿ ਤੁਹਾਨੂੰ ਟਾਈਮ ਦੀ ਵੈਲਿਊ ਪਤਾ ਲੱਗ ਜਾਏਗੀ। ਤੁਹਾਨੂੰ ਇਹ ਪਤਾ ਲੱਗ ਜਾਏਗਾ ਵੀ ਜੇ ਮੈਂ ਅੱਧਾ ਘੰਟਾ ਕੰਮ ਕਰ ਰਹੀ ਹਾਂ ਤਾਂ ਬਾਕੀ ਬਚਦਾ ਅੱਧਾ ਘੰਟਾ ਮੈਂ ਪੜੂੰਗੀ ਹੀ, ਤਾਂ ਮੈਂ ਸਿਰਫ ਪੜੂੰਗੀ ਹੀ ਕਿਉਂਕਿ ਮੇਰੇ ਕੋਲ ਅੱਧਾ ਘੰਟਾ ਹੀ ਆ। ਤਾਂ ਉਹ ਤੁਸੀਂ ਨਾ ਟਾਈਮ ਮੈਨੇਜ ਕਰਨ ਲੱਗ ਜਾਂਦੇ ਹੋ। ਬਾਕੀ ਹੌਸਲਾ ਵੀ ਹੋ ਜਾਂਦਾ ਹੈ ਜੀ। ਬਿਲਕੁਲ। ਜਦੋਂ ਆਪਣਾ ਹੁਣ ਤੁਸੀਂ ਦੱਸਿਆ ਕਿ ਉਦੋਂ ਨੈਟ ਕਰ ਰਹੇ ਸੀ, ਅਜੇ ਤਿਆਰੀ ਕਰ ਰਹੇ ਸੀ, ਕੰਮ ਦੇ ਨਾਲ ਨਾਲ ਹੌਸਲਾ ਵੀ ਹੋ ਜਾਂਦਾ ਆ ਬੰਦਾ। ਤੇ ਹੌਸਲਾ ਬਹੁਤ ਵੱਡੀ ਚੀਜ਼ ਹੈ, ਸਾਰਾ ਕੁਝ ਮਨ ਤੋਂ ਹੀ ਉਪਜਦਾ ਹੈ ਹਨਾ। ਉਦਾਸੀ ਨਿਰਾਸ਼ਤਾ ਸਾਰਾ ਕੁਝ ਮਨ ਦੀ ਉਪਜ ਹੈਗੀ, ਤਾਂ ਜਦੋਂ ਹੌਸਲਾ ਹੋ ਜਾਂਦਾ ਤਾਂ ਆਪਣੇ ਆਪ ਆਪਾਂ ਅੱਗੇ ਵਧਣ ਲਈ ਜ਼ਿਆਦਾ ਪ੍ਰੇਰਿਤ ਹੁੰਦੇ ਹਾਂ। ਬਿਲਕੁਲ। ਰੁਪਿੰਦਰ ਜੀ ਕਿਵੇਂ ਆਰਡਰ ਆਉਂਦੇ ਨੇ ਤੁਹਾਨੂੰ, ਜਾਂ ਤੁਹਾਡੇ ਭੇਜਣ ਦਾ ਤਰੀਕਾ ਮਤਲਬ ਕੀ ਹੈਗਾ, ਸੋਸ਼ਲ ਮੀਡੀਆ ਦੇ ਥਰੂ ਕੀ ਸਾਈਟਸ ਵਗੈਰਾ, ਤੁਹਾਡਾ ਕੁਝ ਜਾਣਕਾਰੀ ਜੀ? ਉਹਦੇ ਲਈ ਇਹ ਆਪਾਂ ਫੇਸਬੁੱਕ ਤੇ ਪੇਜ ਬਣਾਇਆ ਹੋਇਆ ਆਪਣਾ ਬਸਤਾਘਰ ਦੇ ਨਾਮ ਤੇ ਆਪਣੇ ਸਾਰੇ ਪੇਜ ਬਣੇ ਹੋਏ ਨੇ ਜੀ। ਤੇ ਇੰਸਟਾ ਤੇ ਆਪਣਾ ਬਸਤਾਘਰ ਦੇ ਨਾਮ ਤੇ ਪੇਜ ਹੈਗਾ ਤੇ ਆਪਾਂ YouTube ਤੇ ਵੀ ਹੁਣੇ ਪੇਜ ਬਣਾਇਆ 2 ਮਹੀਨੇ ਪਹਿਲਾਂ। ਤੇ ਉਹਦੇ ਲਈ ਹੁੰਦਾ ਵੀ ਜੋ ਆਪਾਂ ਆਪਣੀਆਂ ਫੋਟੋਆਂ ਅਪਲੋਡ ਕਰਦੇ ਹਾਂ ਨਾ, ਜੋ ਵੀ ਆਪਾਂ ਨਵੀਂ ਚੀਜ਼ ਤਿਆਰ ਕਰਦੇ ਹਾਂ ਆਪਾਂ ਫੋਟੋ ਅਪਲੋਡ ਕਰਦੇ ਹਾਂ। ਉਹਦੇ ਲਈ ਵੀ ਜਿਹੜੇ ਦੋਸਤਾਂ ਨੂੰ ਉਹ ਚੀਜ਼ ਪਸੰਦ ਆਉਂਦੀ ਆ ਤਾਂ ਆਪਾਂ ਨੂੰ ਮੈਸੇਜ ਕਰਦੇ ਆ ਹਨਾ ਜੀ। ਤਾਂ ਆਰਡਰ ਫਾਈਨਲ ਹੋ ਜਾਂਦਾ ਤੇ ਆਪਾਂ ਬਾਈ ਪੋਸਟ ਭੇਜ ਦਿੰਦੇ ਆ, ਇੰਡੀਅਨ ਪੋਸਟ ਰਾਹੀਂ ਘਰ ਘਰ ਤੱਕ ਹਨਾ ਹਰ ਇੱਕ ਚੀਜ਼ ਪਹੁੰਚ ਜਾਂਦੀ ਆ। ਕਿਉਂਕਿ ਅੱਜ ਦਾ ਟਾਈਮ ਇੰਨਾ ਕੁ ਬਿਜ਼ੀ ਆ ਵੀ ਕੋਈ ਜੇ ਕਹੋ ਵੀ ਖੁਦ ਲੈ ਕੇ ਨਹੀਂ ਜਾ ਸਕਦਾ ਚੀਜ਼। ਬਿਲਕੁਲ ਜੀ। ਹਰ ਟਾਈਮ ਕਹਿੰਦੇ ਬਹੁਤ ਕੀਮਤੀ ਆ ਹਨਾ, ਜਿਵੇਂ ਅੱਜ ਦੇ ਟਾਈਮ 'ਚ ਖਾਸ ਕਰਕੇ ਜੀ। ਬਿਲਕੁਲ। ਤਾਂ ਉਹ ਆ ਵੀ ਬਾਈ ਪੋਸਟ ਆਪਣੇ ਬੈਗ ਜਾਂਦੇ ਆ, ਬਾਹਰ ਵੀ ਆਪਣੇ ਬਾਈ ਪੋਸਟ ਹੀ ਜਾਂਦੇ ਹੈਗੇ। ਤੇ ਪਰ ਉਹਦੇ 'ਚ ਇਹ ਹੁੰਦਾ ਵੀ ਕਈ ਦੋਸਤਾਂ ਦਾ ਬੜੇ ਗਲੇ ਸ਼ਿਕਵੇ ਆ ਮੇਰੇ ਨਾਲ ਵੀ ਮੇਰੇ ਤੋਂ ਨਾ ਜਵਾਬ ਨਹੀਂ ਦਿੱਤਾ ਜਾਂਦਾ ਇੰਸਟਾ ਤੇ ਹਨਾ। ਤਾਂ ਉਹਦੇ ਲਈ ਮੈਂ ਨਾ ਇੰਸਟਾ ਤੇ ਆਪਣਾ ਨੰਬਰ ਵੀ ਮੈਂਸ਼ਨ ਕੀਤਾ ਹੋਇਆ, WhatsApp ਨੰਬਰ। ਤਾਂ ਮੈਂ ਬਾਰ-ਬਾਰ ਇਹ ਚੀਜ਼ ਕਹਿਣੀ ਹੁੰਦੀ ਆ ਦੋਸਤਾਂ ਨੂੰ ਵੀ ਕਈ ਵਾਰ ਉਧਰ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਤੁਸੀਂ ਪਲੀਜ਼ ਨੰਬਰ ਚੱਕ ਕੇ WhatsApp ਮੈਸੇਜ ਕਰ ਦਿਆ ਕਰੋ, ਕਿਉਂਕਿ WhatsApp ਤੇ ਦੇਖਣਾ ਸੌਖਾ ਹੋ ਜਾਂਦਾ ਥੋੜਾ ਜਿਹਾ ਜੀ। ਬਿਲਕੁਲ ਜੀ। ਤਾਂ ਕਰਕੇ ਆ ਵੀ ਦੋਸਤ ਵੀ ਹੁੰਦੇ ਆ, ਵਧੀਆ ਗੱਲ ਹੈ ਹਨਾ, ਅੱਧੇ ਡਾਇਰੈਕਟ ਹੀ ਮੈਸੇਜ ਕਰਦੇ ਆ। ਤਾਂ ਪਰ ਕਈਆਂ ਨੂੰ ਇਹ ਚੀਜ਼ ਬਾਰੇ ਨਹੀਂ ਪਤਾ ਹੁੰਦਾ, ਜੇ ਆਪਾਂ ਨਹੀਂ ਪ੍ਰੋਫਾਈਲ ਦੇਖਦੇ ਤਾਂ ਪਲੀਜ਼ ਉਹ ਚੀਜ਼ ਪ੍ਰੋਫਾਈਲ ਦੇਖ ਲਿਆ ਕਰੋ ਹਨਾ। ਕਈ ਵਾਰ ਜਵਾਬ ਨਾ ਦਿੱਤਾ ਜਾਵੇ, ਵੈਸੇ ਤਾਂ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਮੈਂ ਜਵਾਬ ਦੇ ਹੀ ਜਾਵਾਂ, ਪਰ ਕਈ ਵਾਰ ਗਲਤੀ ਹੋ ਜਾਂਦੀ ਆ ਤਾਂ ਸਾਰਿਆਂ ਤੋਂ ਹੀ ਹੁੰਦੀ ਆ ਜੀ। ਬਿਲਕੁਲ। ਅੱਗੇ ਕੀ ਪਲੈਨਿੰਗ ਹੈ ਰੁਪਿੰਦਰ ਜੀ? ਮਤਲਬ ਹੁਣ ਸਾਲ 1.5 ਸਾਲ ਹੋ ਗਿਆ, ਤੁਸੀਂ ਦੱਸਿਆ ਕੰਮ ਬਹੁਤ ਗਰੋਥ ਕਰ ਰਹੇ ਹੋ ਤੁਸੀਂ, ਹੁਣ ਤੱਕ ਕਾਫੀ ਫਰਕ ਪਿਆ ਆ। ਅੱਗੇ ਕੀ ਪਲੈਨਿੰਗ ਆ? ਕੁਛ ਨਵਾਂ ਐਡ ਕਰਨ ਜਾ ਰਹੇ ਹੋ? ਕਿੱਥੇ ਕਿੱਥੇ ਕੰਮ ਨੂੰ ਕਿਵੇਂ ਕੁਛ ਸੋਚਿਆ, ਪਲੈਨਿੰਗ ਕੁਛ ਨਵਾਂ? ਇਹ ਆ ਵੀ ਜਿਵੇਂ ਕੰਮ ਚੱਲ ਰਿਹਾ ਬਸਤਾਘਰ ਦੇ ਸਟੂਡੈਂਟ ਨਵੇਂ ਆਉਣਗੇ, ਬਸਤਾਘਰ ਦਾ ਕੰਮ ਕਰਨਗੇ ਹਨਾ। ਮੇਰੀ ਆਪਣੀ ਪੜ੍ਹਾਈ ਚੱਲ ਰਹੀ ਆ, ਉਹੀ ਆ ਵੀ ਜੇ ਮੈਂ ਪੜ੍ਹ ਰਹੀ ਹਾਂ ਤਾਂ ਘਰਦਿਆਂ ਦੀ ਵੀ ਉਮੀਦ ਆ ਜਾਂ ਮੇਰੀ ਵੀ ਹੈਗੀ ਆ ਵੀ ਕਿਤੇ ਨਾ ਕਿਤੇ ਪੰਜਾਬੀ ਦੀ ਟੀਚਰ ਲੱਗਾ ਹਨਾ ਜੀ। ਤਾਂ ਆਪਾਂ ਨੌਕਰੀ ਲਈ ਵੀ ਕਰ ਦਿਆਂਗੇ ਕੰਮ। ਤੇ ਪਰ ਇਹ ਆ ਵੀ ਬਸਤਾਘਰ ਦੇ ਨਾਮ ਤੇ ਇਹ ਚੀਜ਼ ਆ ਮੈਨੂੰ ਗੁਰਮੁਖੀ ਲਈ, ਕਿਉਂਕਿ ਵੀ ਹੁਣ ਠੀਕ ਹੈ ਕੰਮ ਚੱਲ ਰਿਹਾ, ਸਟੂਡੈਂਟ ਆਪਣੇ ਕੋਲ ਹੈਗੇ ਆ, ਪਰ ਮੈਂ ਚਾਹੁੰਦੀ ਹਾਂ ਵੀ ਅੱਗੇ ਜਾ ਕੇ ਨਾ ਥੋੜਾ ਜਿਹਾ ਸਕੂਲਾਂ 'ਚ ਕੰਮ ਵਧਾਇਆ ਜਾਵੇ। ਜਿਵੇਂ ਮੰਥਲੀ ਲਾ ਲਓ ਹਨਾ, ਜਾਂ ਫਿਰ ਇਹ 3 ਮਹੀਨਿਆਂ ਬਾਅਦ ਵੀ ਬੱਚਿਆਂ ਲਈ ਪ੍ਰੋਗਰਾਮ ਲਿਖ ਕੇ ਜਾਣਾ। ਜਿਵੇਂ ਵੱਡਿਆਂ ਲਈ ਪ੍ਰੋਗਰਾਮ ਹੋ ਜਾਂਦੇ ਆ, ਮੈਂ ਕਹਿੰਦੀ ਆ ਵੀ ਸੈਮੀਨਾਰ ਹੋ ਜਾਂਦੇ ਆ, ਪਰ ਉਹਦੇ 'ਚ ਜਾਂਦੇ ਕੌਣ ਆ? ਵੱਡੇ ਜੀ ਹਨਾ, ਜਿਨ੍ਹਾਂ ਨੂੰ ਉਹ ਚੀਜ਼ ਦੀ ਚਲੋ ਸਮਝ ਹੈਗੀ ਵੀ ਆ। ਪਰ ਮੈਨੂੰ ਲੱਗਦਾ ਵੀ ਆਪਾਂ ਸ਼ੁਰੂਆਤ ਜੇ ਬੱਚੇ ਤੋਂ ਕਰੀਏ ਨਾ ਤਾਂ ਬੈਸਟ ਆ,
ਠੀਕ ਹੈ ਬੱਚੇ ਨੂੰ ਉਹ ਚੀਜ਼ ਦੀ ਵੈਲਿਊ ਦੱਸੀ ਆਪਾਂ। ਤੇ ਸਾਡਾ ਹੁਣ ਇਹ ਆ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਸਕੂਲਾਂ 'ਚ ਜਾਇਆ ਜਾਵੇ, ਬੱਚਿਆਂ ਲਈ ਨਾ ਛੋਟੇ ਛੋਟੇ ਪ੍ਰੋਗਰਾਮ ਲਿਖ ਕੇ ਜਾਣਾ ਜੀ ਜਿਹਦੇ 'ਚ ਉਹਨਾਂ ਦੇ ਟੈਸਟ ਹੋ ਸਕਦੇ ਆ, ਜਾਂ ਉਹਨਾਂ ਦੀ 35 ਅੱਖਰੀ ਲਿਖ ਕੇ ਦਿਖਾਓ, ਪੰਜਾਬੀ ਬੋਲ ਕੇ ਦਿਖਾਓ, ਪੰਜਾਬੀ ਪੜ੍ਹ ਕੇ ਦਿਖਾਓ। ਤਾਂ ਉਹਦੇ ਲਈ ਇਹ ਆ ਵੀ ਆਪਾਂ ਬੈਗ ਹੀ ਓਬਵੀਅਸਲੀ ਗਿਫਟ ਕਰਾਂਗੇ ਉਹਨਾਂ ਨੂੰ, ਹਨਾ। ਤਾਂ ਇਹ ਚੀਜ਼ ਹੁਣ ਸੋਚ ਰਹੇ ਹਾਂ ਵੀ ਸਕੂਲਾਂ ਨੂੰ ਕਵਰ ਕੀਤਾ ਜਾਵੇ। ਠੀਕ ਹੈ ਜੀ, ਬਹੁਤ ਵਧੀਆ ਉਪਰਾਲਾ ਹੈ ਰੁਪਿੰਦਰ ਜੀ। ਤੇ ਕੁਝ ਲਾਸਟ ਤੇ ਕੁਝ ਦੱਸਣਾ ਚਾਹੋਗੇ ਦਰਸ਼ਕਾਂ ਨੂੰ, ਕੁਝ ਮੋਟੀਵੇਟ ਕਰਨ ਲਈ, ਜਿਹੜੇ ਲੋਕ ਟੁੱਟੇ ਹੋਏ ਨੇ ਬਿਲਕੁਲ ਇਸ ਚੀਜ਼ ਤੋਂ, ਕਿਵੇਂ ਜੁੜ ਸਕਦੇ ਨੇ, ਕਿਵੇਂ ਪ੍ਰੇਰਨਾ ਲੈ ਸਕਦੇ ਨੇ, ਕੋਈ ਸੰਦੇਸ਼ ਜੀ? ਹਾਂਜੀ ਬਿਲਕੁਲ, ਜਿਵੇਂ ਅੱਜ ਦੇ ਟਾਈਮ 'ਚ ਹਨਾ ਸੋਸ਼ਲ ਮੀਡੀਆ ਦਾ ਜ਼ਿਆਦਾ ਜ਼ਮਾਨਾ, ਜਿਵੇਂ ਕਹਿ ਲਓ ਬੱਚੇ ਲੈ ਲਓ ਹਨਾ, ਜਾਂ ਬੱਚਿਆਂ ਨੂੰ ਵੀ ਜਾਂ ਵੱਡਿਆਂ ਨੂੰ ਵੀ ਇੱਕ ਚੀਜ਼ ਚੱਲ ਰਹੀ ਆ ਵੀ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਤੇ ਵੀਡੀਓ ਪਾਓ, ਲਾਈਕ ਆਓ, ਵਿਊ ਆਓ, ਇਹ ਚੀਜ਼ 'ਚ ਚੱਲ ਰਹੇ ਨੇ। ਆਪਣੇ ਆਪ ਨੂੰ ਉਸ ਚੀਜ਼ 'ਚ ਇੰਨਾ ਬਿਜ਼ੀ ਕਰ ਰਹੇ ਨੇ ਵੀ ਹੱਥੀਂ ਕਿਰਤ ਨੂੰ ਬਿਲਕੁਲ ਭੁੱਲ ਗਏ ਨੇ। ਕੁੜੀਆਂ ਵੀ ਮੁੰਡੇ ਵੀ ਉਹਨਾਂ ਹੱਥੀਂ ਕੰਮ ਕਰਕੇ ਬਿਲਕੁਲ ਵੀ ਰਾਜ਼ੀ ਨਹੀਂ ਹੈਗੇ। ਜਾਂ ਫਿਰ ਜੇ ਪੜ੍ਹ ਰਹੇ ਨੇ ਉਹਨਾਂ ਨੂੰ ਇਹ ਵੀ ਸਿਰਫ ਅਸੀਂ ਪੜ੍ਹਨਾ ਹੀ ਆ। ਜਿਵੇਂ ਕੁੜੀਆਂ ਦਾ ਹੁੰਦਾ ਵੀ ਜੇ ਪੜ੍ਹ ਰਹੀਆਂ ਨੇ ਤਾਂ ਘਰ ਦਾ ਕੰਮ ਨਹੀਂ ਕਰਨਾ ਆਉਂਦਾ ਉਹਨਾਂ ਨੂੰ, ਹਨਾ ਜੀ। ਤਾਂ ਇਹ ਚੀਜ਼ ਮੈਂ ਜਸਵਿੰਦਰ ਬਰਾੜ ਦੀ ਇੰਟਰਵਿਊ ਸੁਣ ਰਹੀ ਸੀ, ਉਹਨੇ ਕਿਹਾ ਸੀਗਾ, ਉਹ ਕਹਿੰਦੀ ਵੀ ਆਪਣੀ ਧੀ ਨੂੰ ਮੈਂ ਇਹ ਗੱਲ ਦੱਸਦੀ ਆ ਵੀ ਪੁੱਤ ਚਾਹੇ ਤੂੰ ਡੀਸੀ ਦੀ ਘਰ ਵਾਲੀ ਬਣ ਜਾ, ਪਰ ਰਸੋਈ 'ਚ ਜਾ ਕੇ ਖਾਣਾ ਤੈਨੂੰ ਖੁਦ ਬਣਾਉਣਾ ਪੈਣਾ ਹੈ ਜੀ। ਬਿਲਕੁਲ, ਕਿਉਂਕਿ ਘਰ 'ਚ ਜੇ ਤੁਸੀਂ ਕੰਮ ਕਰੋਗੇ ਬਰਕਤ ਤੁਹਾਡੇ ਘਰ 'ਚ ਤਾਂ ਹੀ ਆਊਗੀ, ਖਾਸ ਕਰ ਰੋਟੀ ਜਦੋਂ ਤੁਸੀਂ ਖੁਦ ਬਣਾਓਗੇ, ਹਨਾ। ਤਾਂ ਉਹਦੇ ਲਈ ਇਹ ਵੀ ਕਦੇ ਵੀ ਨਾ ਕੰਮ ਕਰਨ 'ਚ ਸ਼ਰਮ ਮਹਿਸੂਸ ਨਾ ਕਰੋ, ਚਾਹੇ ਉਹ ਘਰ ਦਾ ਰਸੋਈ ਦਾ ਕੰਮ ਆ, ਚਾਹੇ ਉਹ ਬਾਹਰ ਜਾ ਕੇ ਹੱਥੀਂ ਕੰਮ ਆ, ਜਾਂ ਇੱਕ ਤਰੀਕੇ ਨਾਲ ਸੂਈ ਤਾਗੇ ਦਾ ਕੰਮ ਵੀ ਆ, ਹਨਾ। ਤਾਂ ਉਹ ਚੀਜ਼ ਨੂੰ ਹਿੰਮਤ ਬਣਾਓ ਆਪਣੀ। ਕਹਿੰਦੇ ਹੁੰਦੇ ਵੀ ਜ਼ਰੂਰੀ ਨਹੀਂ ਹੁੰਦਾ ਵੀ ਤਲਵਾਰਾਂ ਹੀ ਆਪਣੇ ਹਥਿਆਰ ਨੇ, ਹਨਾ। ਮੈਂ ਕਹਿੰਦੀ ਹਾਂ ਵੀ ਸੂਈ ਤਾਗਾ ਵੀ ਆਪਣਾ ਬਹੁਤ ਵੱਡਾ ਹਥਿਆਰ ਆ, ਜਿਹੜਾ ਆਪਾਂ ਨੂੰ ਪਰਾਏ ਦੇਸ਼ 'ਚ ਜਾ ਕੇ ਵੀ ਹਨਾ ਰੋਟੀ ਕਮਾ ਕੇ ਦੇ ਸਕਦਾ ਇੱਕ ਤਰੀਕੇ ਨਾਲ, ਚਾਹੇ ਬਹੁਤ ਛੋਟੀ ਚੀਜ਼ ਆ। ਤਾਂ ਇਹ ਚੀਜ਼ ਹੈ ਵੀ ਕੰਮ ਤੋਂ ਨਾ ਕਦੇ ਵੀ ਭੱਜੋ, ਚਾਹੇ ਕੰਮ ਕੋਈ ਵੀ ਆ, ਨਿੱਕਾ ਵੱਡਾ, ਨੌਕਰੀ ਮਿਲ ਹੀ ਜਾਣੀ ਹੈ। ਕਹਿੰਦੇ ਵੀ ਨੌਕਰ ਤਾਂ ਤੁਹਾਨੂੰ ਬਣਾ ਹੀ ਦੇਣਾ ਸਰਕਾਰ ਨੇ, ਪਰ ਇਹ ਆ ਵੀ ਤੁਸੀਂ ਇੰਨੇ ਕੁ ਬਣੋ ਤਾਂ ਤੁਸੀਂ ਨੌਕਰੀ ਦੇ ਸਕੋ। ਤਾਂ ਵੀ ਹੱਥੀਂ ਕੰਮ ਕਰਕੇ ਹਨਾ ਆਪਾਂ ਬਹੁਤ ਮਤਲਬ ਕਿ ਰਾਹ ਖੋਲ੍ਹ ਸਕਦੇ ਹਾਂ ਆਪਣੇ ਲਈ ਵੀ, ਹੋਰਾਂ ਲਈ ਵੀ। ਤਾਂ ਇਹ ਚੀਜ਼ ਬਹੁਤ ਬਹੁਤ ਸ਼ੁਕਰੀਆ ਰੁਪਿੰਦਰ ਜੀ। ਤੇ ਰੁਪਿੰਦਰ ਜੀ ਨੇ ਬਹੁਤ ਸੋਹਣੀਆਂ ਗੱਲਾਂ ਦੱਸੀਆਂ ਨੇ ਤੇ ਬਹੁਤ ਪ੍ਰੇਰਨਾਦਾਇਕ ਇਹਨਾਂ ਦਾ ਕੰਮ ਆ, ਬਹੁਤ ਪ੍ਰੇਰਨਾਦਾਇਕ ਗੱਲਾਂ ਰਹੀਆਂ ਨੇ। ਮੈਨੂੰ ਲੱਗਦਾ ਕਿ ਦਰਸ਼ਕਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਇਸ ਚੀਜ਼ ਤੋਂ, ਸਾਨੂੰ ਵੀ ਥੋੜ੍ਹਾ ਜਿਹਾ ਸੋਚਣਾ ਪਏਗਾ ਇਸ ਚੀਜ਼ ਵੱਲ। ਇਹਨਾਂ ਨੇ ਛੋਟੀ ਜਿਹੀ ਸ਼ੁਰੂਆਤ ਕੀਤੀ ਸੀ ਤੇ ਅੱਜ ਸਾਲ 1.5 ਸਾਲ ਕੋਈ ਜ਼ਿਆਦਾ ਵਕਫਾ ਨਹੀਂ ਹੁੰਦਾ ਤੇ ਕਿੱਥੇ ਪਹੁੰਚ ਗਏ ਨੇ। ਮਤਲਬ ਇਹਨਾਂ ਨੇ ਵੀ ਕੁਝ ਇਹ ਨਹੀਂ ਹੁੰਦਾ, ਜਦੋਂ ਆਪਾਂ ਕੋਈ ਕੰਮ ਸ਼ੁਰੂ ਕਰਦੇ ਹਾਂ ਤਾਂ ਉਹਦੇ ਵਿੱਚ ਔਕੜਾਂ ਵੀ ਆਉਂਦੀਆਂ ਨੇ, ਸਮੱਸਿਆਵਾਂ ਵੀ ਆਉਂਦੀਆਂ ਨੇ, ਤੇ ਅੱਗੇ ਫਿਊਚਰ ਨੂੰ ਫੇਸ ਕਿਵੇਂ ਕਰਨਾ ਹੈ ਉਹ ਵੀ ਇੱਕ ਵੱਡੀ ਚਿੰਤਾ ਹੁੰਦੀ ਹੈ। ਪਰ ਫਿਰ ਵੀ ਇਹਨਾਂ ਨੇ ਅਣਥੱਕ ਮਿਹਨਤ ਹੈ ਜੋ ਇਹਨਾਂ ਦੀ ਅੱਜ ਇਹਨਾਂ ਨੂੰ ਇੱਥੇ ਲਿਆ ਕੇ ਇਹਨਾਂ ਨੂੰ ਖੜਾ ਕਰ ਦਿੱਤਾ ਆ। ਅੱਜ ਸਟੂਡੈਂਟ ਹੋਣ ਦੇ ਨਾਲ ਨਾਲ ਬਾਕੀ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਰਹੇ ਨੇ ਇੰਨੀ ਛੋਟੀ ਉਮਰ ਦੇ ਵਿੱਚ। ਮੈਨੂੰ ਲੱਗਦਾ ਬਹੁਤ ਵੱਡਾ ਉਪਰਾਲਾ ਹੈ ਇਹ, ਜਿੱਥੇ ਅਸੀਂ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਹੋਏ ਸਿਰਫ ਇਹ ਸੋਚ ਲੈਂਦੇ ਹਾਂ ਕਿ ਨਹੀਂ ਇਸ ਤੇ ਟੈਸਟਾਂ ਦੀ ਤਿਆਰੀ ਹੀ ਕਰਨੀ ਹੈ, ਨਹੀਂ ਇਸ ਤੇ ਨੌਕਰੀ ਹੀ ਲੈਣੀ ਹੈ। ਪਰ ਇਹ ਬਹੁਤ ਵੱਡਾ ਸਾਡੇ ਕੋਲ ਦੇਖੋ ਉਦਾਹਰਣ ਬੈਠੀ ਹੈ। ਸਟਾਰਟਿੰਗ ਜਦੋਂ ਕੀਤੀ ਸੀ ਉਦੋਂ ਵੀ ਪੜ੍ਹਾਈ ਕਰ ਰਹੇ ਸੀ ਤੇ ਅੱਜ ਕੰਮ ਐਡੇ ਵੱਡੇ ਪੱਧਰ ਤੇ ਚਲੇ ਗਿਆ ਫਿਰ ਵੀ ਪੜ੍ਹ ਰਹੇ। ਮੈਨੂੰ ਲੱਗਦਾ ਕਿ ਬਹੁਤ ਸੋਚਣ ਦਾ ਵਿਸ਼ਾ ਹੈ ਇਹ। ਆਪਣੇ ਮਨ 'ਚ ਬਹੁਤ ਗੱਲ ਹੁੰਦੀ, ਖਾਸ ਕਰ ਅੱਜ ਦੇ ਟਾਈਮ 'ਚ ਇਹ ਇੱਕ ਗੱਲ ਵੀ ਬਣੀ ਹੋਈ ਹੈ ਜੀ ਘਰਾਂ ਦੇ ਵਿੱਚ ਕਿ ਪੜ੍ਹੀਆਂ ਲਿਖੀਆਂ ਕੁੜੀਆਂ ਤੋਂ ਤਾਂ ਕੰਮ ਨਹੀਂ ਹੁੰਦੇ, ਅੱਜ ਕੱਲ੍ਹ ਦੀਆਂ ਕਿੱਥੋਂ ਕਰ ਲੈਣਗੀਆਂ ਕੰਮ। ਪਰ ਮੈਨੂੰ ਲੱਗਦਾ ਕਿ ਸੋਚਣਾ ਬਣਦਾ ਆ, ਕਿਉਂਕਿ ਆਪਣੇ ਕੋਲ ਬੁੱਧੀ ਬਹੁਤ ਹੈ, ਆਪਣੇ ਕੋਲ ਅੰਗ ਪੈਰ ਮੈਨੂੰ ਲੱਗਦਾ ਬਹੁਤ ਸਹੀ ਤਰੀਕੇ ਨਾਲ ਜੇ ਕੰਮ ਕਰਦੇ ਨੇ ਤਾਂ ਆਪਾਂ ਬਹੁਤ ਕੁਝ ਕਰ ਸਕਦੇ ਹੈਗੇ। ਤਾਂ ਬਿਲਕੁਲ ਇਹਨਾਂ ਚੀਜ਼ਾਂ ਬਾਰੇ ਆਪਾਂ ਨੂੰ ਸਮਾਂ ਦੇਣਾ ਚਾਹੀਦਾ, ਜਾਗਰੂਕ ਹੋਣਾ ਚਾਹੀਦਾ। ਇੱਕ ਵੱਡੇ ਲੈਵਲ ਤੇ ਪੜ੍ਹਦੇ ਹਾਂ, ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹੋਏ ਤਾਂ ਬਹੁਤ ਵੱਡੀ ਗੱਲ ਹੈ ਇਹ। ਆਪਾਂ ਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ, ਕਿਉਂਕਿ ਨੌਕਰੀਆਂ ਦਾ ਜੋ ਰਾਜਨੀਤਿਕ ਹਾਲਾਤ ਨੇ ਆਪਣੇ ਆਪਾਂ ਦੇਖ ਹੀ ਰਹੇ ਹਾਂ ਰੋਜ਼ ਹੀ, ਕਿਹੋ ਜਿਹੇ ਕਾਨੂੰਨ ਬਣ ਰਹੇ ਨੇ, ਨੌਕਰੀਆਂ ਤੋਂ ਬਿਲਕੁਲ ਹੀ ਆਪਾਂ ਨੂੰ ਦੂਰ ਕੀਤਾ ਜਾ ਰਿਹਾ ਹੈ। ਤਾਂ ਇਹ ਬਹੁਤ ਵੱਡੀਆਂ ਉਦਾਹਰਨਾਂ ਨੇ ਆਪਣੇ ਕੋਲ ਇੱਦਾਂ ਦੀਆਂ ਕਿ ਆਪਾਂ ਛੋਟੇ ਛੋਟੇ ਕੰਮ, ਜੋ ਆਪਣੇ ਕੋਲ ਕਲਾ ਆ, ਕਲਾ ਹਰੇਕ ਬੰਦੇ ਦੇ ਵਿੱਚ ਹੁੰਦੀ ਹੈ, ਥੋੜ੍ਹਾ ਜਿਹਾ ਉਹਨੂੰ ਉਭਾਰਨ ਦੀ, ਨਿਖਾਰਨ ਦੀ ਲੋੜ ਹੁੰਦੀ ਹੈ। ਆਪਾਂ ਆਪੇ ਵੇਖਣੀ ਹੁੰਦੀ ਹੈ ਕਲਾ ਆਪਣੇ ਵਿੱਚ। ਜੇ ਆਪਾਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਨ ਆ ਗਏ ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਨੂੰ ਕੋਈ ਦੱਸੇਗਾ, ਯੂਨੀਵਰਸਿਟੀ ਦੇ ਪ੍ਰੋਫੈਸਰ ਬਹੁਤ ਤਜਰਬੇਕਾਰ ਨੇ, ਉਹ ਆਪਾਂ ਨੂੰ ਦੱਸਣਗੇ ਕਿ ਤੁਹਾਡੇ 'ਚ ਇਹ ਕਲਾ, ਤੁਸੀਂ ਆਹ ਕੰਮ ਕਰੋ। ਕਲਾ ਆਪਣੇ ਕੋਲ ਪਿੱਛੇ ਤੋਂ ਹੀ ਹੁੰਦੀ ਹੈ, ਉਹ ਆਪਾਂ ਆਪਣੇ ਆਪ ਦੇਖਣੀ ਹੁੰਦੀ ਹੈ ਤੇ ਉਹਨੂੰ ਆਪਾਂ ਕਿਵੇਂ ਵਰਤ ਸਕਦੇ ਹਾਂ ਉਹ ਆਪਣੇ ਹੱਥ ਦੇ ਵਿੱਚ ਹੁੰਦਾ ਆ। ਸੋ ਸਾਰੇ ਵਿਦਿਆਰਥੀਆਂ ਨੂੰ ਬਹੁਤ ਵੱਡੀ ਪ੍ਰੇਰਨਾ ਗੀ ਕਿ ਆਪਦਾ ਪੜ੍ਹਾਈ ਦੇ ਨਾਲ ਨਾਲ ਕੋਈ ਵੀ ਛੋਟਾ ਮੋਟਾ ਕੰਮ ਕਰੋ, ਕੰਮ ਦੇ ਨਾਲ ਨਾਲ ਰੁਜ਼ਗਾਰ ਜੋ ਤੁਹਾਨੂੰ ਮਿਲ ਸਕਦਾ ਤੇ ਬਾਕੀਆਂ ਨੂੰ, ਆਪਦੇ ਦੋਸਤਾਂ ਮਿੱਤਰਾਂ ਨੂੰ ਟੀਮ ਬਣਾਓ, ਰੁਜ਼ਗਾਰ ਦਿਓ। ਇਹਦੇ ਨਾਲ ਨਾਲ ਤੁਹਾਨੂੰ ਹੌਸਲਾ ਹੋਏਗਾ, ਬੇਫਿਕਰੀ ਹੋਏਗੀ, ਘਰਦਿਆਂ ਨੂੰ ਵੀ ਬੇਫਿਕਰੀ ਹੋਏਗੀ, ਤਾਂ ਕਿ ਸਰਕਾਰ ਦੇ ਹੱਥਾਂ ਵੱਲ ਨਾ ਚੱਕਣਾ ਪਵੇ। ਫਿਰ ਨਾਲ ਨਾਲ ਜਿਵੇਂ ਆਪਾਂ ਮਿਹਨਤ ਕਰੀ ਜਾਵਾਂਗੇ, ਆਪਾਂ ਟੈਸਟ ਕਲੀਅਰ ਕਰੀ ਜਾਵਾਂਗੇ, ਨੌਕਰੀ ਦੇ ਲਾਗੇ ਤਾਂ ਲੱਗ ਹੀ ਜਾਵਾਂਗੇ। ਪਰ ਘੱਟੋ ਘੱਟ ਇਸ ਟਾਈਮ ਦੇ ਵਿੱਚ ਜਦੋਂ ਪਿੰਡਾਂ ਤੋਂ ਇੱਕਦਮ ਯੂਨੀਵਰਸਿਟੀਆਂ ਦੇ ਵਿੱਚ, ਵੱਡੇ ਸ਼ਹਿਰਾਂ ਦੇ ਵਿੱਚ ਪੜ੍ਹਨ ਆਉਣੇ ਆ ਤਾਂ ਸਭ ਤੋਂ ਵੱਡੀ ਰੋਟੀ ਦੀ ਤੇ ਰਹਿਣ ਦੀ ਦਿੱਕਤ ਹੁੰਦੀ ਆ। ਉਹ ਮੈਨੂੰ ਲੱਗਦਾ ਰੁਪਿੰਦਰ ਜੀ ਬਹੁਤ ਵੱਡੀ ਉਦਾਹਰਨ ਹੈ ਕਿ ਕਿਵੇਂ ਇਹਨਾਂ ਨੇ ਹੈਂਡਲ ਕੀਤਾ, ਤੇ ਕੋਈ ਵੱਡੀ ਗੱਲ ਨਹੀਂ, ਆਪਾਂ ਬਹੁਤ ਆਰਾਮ ਨਾਲ ਕਰ ਸਕਦੇ ਹਾਂ। ਸੋ ਆਪਣੀ ਕਲਾ ਨੂੰ ਪਛਾਣੋ, ਉਸ ਨੂੰ ਪਛਾਣ ਕੇ ਉਸ ਨੂੰ ਵਰਤੋ,
ਵਰਤੋਂ ਵਿੱਚ ਲਿਆ ਕੇ ਆਪ ਵੀ ਸੁਖੀ ਰਹੋ, ਆਪਣਾ ਫਿਊਚਰ ਵੀ ਬਣਾਓ ਤੇ ਬਾਕੀ ਨਾਲਦਿਆਂ ਨੂੰ ਵੀ ਕੁਝ ਪ੍ਰੇਰਨਾ ਦਿਓ। ਸੋ ਬਹੁਤ ਬਹੁਤ ਧੰਨਵਾਦ ਜੀ, ਬਹੁਤ ਵਧੀਆ ਰਹੀ ਰੁਪਿੰਦਰ ਜੀ ਨਾਲ ਗੱਲਬਾਤ। ਅੱਗੇ ਫਿਰ ਮਿਲਾਂਗੇ ਇਦਾਂ ਦੇ ਇੱਕ ਅਨੋਖਾ ਵਿਸ਼ਾ ਲੈ ਕੇ ਇੱਕ ਸਪੈਸ਼ਲ ਪਰਸਨ ਦੇ ਨਾਲ। ਉਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਉਹਨੇ ਟਾਈਮ ਲਈ ਸ਼ੁਕਰੀਆ ਜੀ।